वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 95। ਬੰਦਾ ਸਿੰਘ ਦੀ ਜੰਗ ਲਈ ਪੁਨਰ ਤਿਆਰੀ। ਲੋਗੜੋਂ ਬਚ ਕੇ ਨਿਕਲ ਜਾਣਾ ਬੰਦਾ ਸਿੰਘ ਦੀ ਹਾਰ ਨਹੀਂ ਮੰਨੀ ਜਾ ਸਕਦੀ। ਇਸ ਵਿੱਚ ਸ਼ੱਕ ਨਹੀਂ, ਉਸ ਦੀ ਤਾਕਤ ਨੂੰ ਕਾਫੀ ਸੱਟ ਵੱਜੀ, ਪਰ ਉਹ ਆਪਣੇ ਨਿਸ਼ਾਨੇ ਤੋਂ ਰੰਚ ਮਾਤਰ ਥਿੜਕਿਆ ਨਹੀਂ। ਉਸ ਦੇ ਉਦਮ, ਸਾਹਸ, ਨਿਸ਼ਚੇ, ਨਿਡਰਤਾ ਅਤੇ ਅਥਾਹ ਜੋਸ਼ ਵਿੱਚ ਕੋਈ ਫਰਕ ਨਹੀਂ ਆਇਆ। ਉਹ ਅੱਗੇ ਨਾਲੋਂ ਵੀ ਭਬਕ ਕੇ ਉਭਰਿਆ। ਮੁਗਲ ਸਾਮਰਾਜ ਨੂੰ ਠਿਕਾਣੇ ਲਾਉਣ ਲਈ ਆਪਣੀ ਤਾਕਤ ਇਕੱਠੀ ਕਰਕੇ ਨਵੇਂ ਮੌਕੇ ਦੀ ਤਾੜ ਵਿੱਚ ਹੋ ਬੈਠਾ। ਜਿੱਤ ਹਾਰ ਪੱਖੋਂ ਜੇ ਵੇਖਿਆ ਜਾਵੇ ਤਾਂ ਇਹ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਬੜੀ ਵੱਡੀ ਹਾਰ ਹੈ। ਉਹ ਬੜਾ ਭਾਰਾ ਲਸ਼ਕਰ ਲੈ ਕੇ ਆਇਆ ਸੀ ਸਿੱਖ ਆਗੂ ਨੂੰ ਫੜਨ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਲਈ। ਹੋਇਆ ਬਿਲਕੁਲ ਉਲਟ। ਬੰਦਾ ਸਿੰਘ ਫੜਿਆ ਜਾਣ ਦੀ ਥਾਂ ਤੇਗ ਹੱਥਾਂ ਵਿੱਚ ਲੈ ਕੇ ਫੌਜ ਨੂੰ ਚੀਰ ਪਾੜ ਕੇ ਸਾਥੀਆਂ ਸਮੇਤ ਨਿਕਲ ਗਿਆ। ਨਿਕਲਿਆ ਵੀ ਐਸਾ ਕਿ ਹਮੀਦ ਖਾਨ ਬਹਾਦਰ ਨੇ ਪੁੱਜ ਕੇ ਤਾਰਨ ਲਾਇਆ। ਪਹਾੜਾਂ ਵਿੱਚ ਭਟਕਦਾ ਫਿਰਿਆ, ਪਰ ਬੰਦਾ ਸਿੰਘ ਦੀ ਸੂਹ ਤੱਕ ਨਾ ਪਾ ਸਕਿਆ। ਇੰਨਾ ਜਾਲੀ ਮਾਲੀ ਨੁਕਸਾਨ ਕਰਵਾ ਕੇ ਬਹਾਦਰ ਸ਼ਾਹ ਦੇ ਪੱਲੇ ਹਾਰ ਅਤੇ ਮਾਯੂਸੀ ਹੀ ਸੀ। ਕੋਈ ਸ਼ੱਕ ਨਹੀਂ ਕਿ ਬੰਦਾ ਸਿੰਘ ਗੜੀ ਛੱਡਣ ਤੇ ਮਜਬੂਰ ਹੋ ਗਿਆ। ਉਹ ਜਾਣਦਾ ਸੀ ਕਿ ਉਹ ਬਹੁਤ ਹੀ ਥੋੜ੍ਹੇ ਬੰਦਿਆਂ ਨਾਲ 60,000 ਦੀ ਗਿਣਤੀ ਵਾਲੀ ਸ਼ਾਹੀ ਫੌਜ ਨਾਲ ਛੋਟੀ ਜਿਹੀ ਗੜੀ ਵਿੱਚ ਬੈਠ ਕੇ ਟੱਕਰ ਲੈ ਰਿਹਾ ਹੈ। ਗੋਲੀ, ਸਿੱਕੇ ਅਤੇ ਰਜ਼ਦ ਪੱਠੇ ਦੀ ਵੀ ਮਾਤਰਾ ਉਸ ਪਾਸ ਚੰਦ ਦਿਨਾਂ ਜੋਗੀ ਹੈ। ਬਾਹਰੋਂ ਆਉਣ ਲਈ ਵੀ ਕੋਈ ਆਸ ਨਹੀਂ। ਲੜਨ ਵਾਲੇ ਵੀ ਉਸ ਪਾਸ ਨਹੀਂ ਪੁੱਜ ਸਕਣੇ। ਜਿੰਨੇ ਕੁ ਉਸ ਪਾਸ ਸਿੰਘ ਸਨ, ਉਹਨਾਂ ਵਿੱਚੋਂ ਬਹੁਤੇ ਥਾਂੋਂ ਥਾਈਂ ਖਿਲਰੇ ਪਏ ਸਨ। ਉਹਨਾਂ ਨੇ ਸਮਾਣੇ ਦੀ ਜਿੱਤ ਤੋਂ ਲੈ ਕੇ ਮੁਖਲਿਸਗੜ੍ਹ ਦੇ ਘੇਰੇ ਤੱਕ, ਪਾਣੀਪਤ ਤੋਂ ਲੈ ਕੇ ਲਾਹੌਰ ਤੱਕ ਦਾ ਮੁਲਕ ਮੁਗਲ ਹਕੂਮਤ ਹੇਠੋਂ ਕੱਢ ਕੇ ਆਪਣੇ ਕਬਜ਼ੇ ਥੱਲੇ ਲੈ ਲਿਆ ਸੀ। ਇੱਕ ਹਿਸਾਬ ਨਾਲ ਇਹ ਸਿਰਫ ਫੌਜੀ ਕਬਜ਼ਾ ਹੀ ਸੀ। ਇਸ ਉੱਤੇ ਉਸ ਦਾ ਪਰਪੱਕ ਰਾਜ ਨਹੀਂ ਸੀ ਬਣ ਸਕਿਆ। ਰਾਜਸੀ ਪ੍ਰਬੰਧ ਵਾਸਤੇ ਉਸ ਪਾਸ ਕੋਈ ਗੁੜਿਆ ਅਤੇ ਹੰਢਿਆ ਹੋਇਆ ਕੇਡਰ ਹੀ ਨਹੀਂ ਸੀ ਜੋ ਸਾਰੇ ਕੰਮ ਨੂੰ ਸਾਂਭ ਲੈਂਦਾ ਅਤੇ ਸਾਰੀ ਲੜਾਕੂ ਸ਼ਕਤੀ ਬੰਦਾ ਸਿੰਘ ਦੇ ਪਾਸ ਰਹਿੰਦੀ। ਇਸ ਫੌਜੀ ਕਬਜ਼ੇ ਨੂੰ ਪੱਕੇ ਪੈਰੀਂ ਰੱਖਣ ਲਈ ਵੱਡੇ ਵੱਡੇ ਮੁਖੀ ਜਰਨੈਲ ਥੋੜ੍ਹੇ ਥੋੜ੍ਹੇ ਸਿੰਘ ਦੇ ਕੇ ਥਾਂ ਥਾਂ ਨਿਯੁਕਤ ਕੀਤੇ ਹੋਏ ਸਨ। ਫਤਿਹ ਕੀਤੇ ਹੋਏ ਇਲਾਕੇ ਵਿੱਚ ਅਮਨ ਕਾਇਮ ਰੱਖਣਾ ਸੀ। ਲੁਟੇਰਿਆਂ ਅਤੇ ਡਾਕੂਆਂ ਰਾਹੀਂ ਮਾਰਾਂ ਅਤੇ ਧਾੜਵੀਆਂ ਦੇ ਗਰੋਹਾਂ ਦੇ ਗਰੋਹ ਫਿਰਦੇ ਸਨ ਤੇ ਮੁਗਲ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਵਿੱਚ ਉਹ ਸਮਝਦੇ ਸਨ ਕਿ ਅਸੀਂ ਜੋ ਚਾਹੀਏ ਮਨਮਾਨੀ ਕਰੀਏ, ਸਾਨੂੰ ਕੌਣ ਰੋਕ ਸਕਦਾ। ਇਹਨਾਂ ਦਾ ਸਿਰ ਕੁੱਟਣ ਲਈ ਬੰਦਾ ਸਿੰਘ ਦੇ ਸਿੰਘ ਦਿਨ ਰਾਤ ਇੱਕ ਕਰ ਰਹੇ ਸਨ। ਮਾਮਲੇ ਦੀ ਉਗਰਾਹੀ ਵੀ ਇਹਨਾਂ ਦੇ ਜਿੰਮੇ ਹੀ ਸੀ। ਪੋਟਿਆਂ ਤੇ ਗਿਣੇ ਜਾਣ ਵਾਲੇ ਸਿੰਘ ਜੈਲਾਂ, ਤਾਪਿਆਂ, ਪਰਗਣਿਆਂ ਦਾ ਪ੍ਰਬੰਧ ਕਿਵੇਂ ਚਲਾ ਸਕਦੇ ਸਨ? ਇਹ ਕਿੰਨੇ ਕੁ ਕੰਮ ਸੰਭਾਲ ਸਕਦੇ? ਕੌਣ ਰਸਦ ਵਜੋਂ ਦਾਣਾ ਪੱਠਾ ਅਤੇ ਗੋਲੀ ਸਿੱਕਾ ਲੋੜੀਂਦੇ ਹਥਿਆਰ ਇਕੱਠੇ ਕਰਕੇ ਲੋਹਗੜ੍ਹ ਪਹੁੰਚਾ ਸਕਦਾ ਸੀ? ਜਿੱਥੇ ਜਿੱਥੇ ਕੋਈ ਹੈ ਸੀ, ਵਿਪਦਾ ਦੇ ਮੂੰਹ ਆਇਆ ਹੋਇਆ ਸੀ। ਕਦੀ ਕਿਸੇ ਨੂੰ ਕਮਰ ਕੱਸਾ ਖੋਲ੍ਹ ਕੇ ਹਥਿਆਰ ਲਾ ਕੇ ਸੌਣਾ ਨਹੀਂ ਸੀ ਮਿਲਦਾ। ਇਸ ਹਾਲਤ ਵਿੱਚ ਲੜਨ ਸ਼ਕਤੀ ਦਾ ਬਹੁਤ ਵੱਡਾ ਹਿੱਸਾ ਥੋੜ੍ਹਾ ਥੋੜ੍ਹਾ ਕਰਕੇ ਕਬਜ਼ੇ ਕੀਤੇ ਹੋਏ ਮੁਲਕ ਵਿੱਚ ਖਿਲਰਿਆ ਪੁਲਰਿਆ ਪਿਆ ਸੀ। ਸਮਾਣਾ ਮਾਰਨ ਤੋਂ ਲੈ ਕੇ ਲੋਹਗੜ੍ਹ ਛੱਡਣ ਤੱਕ 1 ਸਾਲ ਤੋਂ ਵੀ ਘੱਟ ਸਮਾਂ ਬਣਦਾ ਹੈ। ਮੁਲਕ ਮਾਰਨਾ ਇੰਨਾ ਸੌਖਾ ਨਹੀਂ ਜਿੰਨਾ ਉਸ ਨੂੰ ਸ਼ਾਸਨ ਵਿੱਚ ਰੱਖ ਕੇ ਰਾਜ ਪ੍ਰਬੰਧ ਚਲਾਉਣਾ। ਸਮੇਂ ਦੀ ਥੁੜ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਘਾਟ ਨੇ ਬੰਦਾ ਸਿੰਘ ਦੇ ਰਾਜ ਪ੍ਰਬੰਧ ਦੇ ਪੈਰ ਨਹੀਂ ਜੰਮਣ ਦਿੱਤੇ। ਉਹ ਇਹ ਵੀ ਜਾਣਦਾ ਸੀ ਕਿ ਦੂਜੇ ਪਾਸੇ ਕਿੱਡਾ ਸ਼ਕਤੀਸ਼ਾਲੀ ਮੁਗਲ ਰਾਜ ਹੈ, ਜਿਸ ਦਾ ਬਾਦਸ਼ਾਹ ਆਪਣੇ ਚੋਟੀ ਦੇ ਚੋਣਵੇਂ ਜਰਨੈਲ ਅਤੇ 60,000 ਸੂਰਮੇ ਜੋ ਕਈ ਮੁਹਿੰਮਾਂ ਸਰ ਕਰਨ ਦਾ ਤਜਰਬਾ ਰੱਖਦੇ ਸਨ, ਲੈ ਕੇ ਲੋਹਗੜ੍ਹ ਨੂੰ ਘੇਰੀ ਬੈਠਾ ਹੈ। ਪਰ ਬੰਦਾ ਸਿੰਘ ਆਪਣੇ ਮੁੱਠੀ ਭਰ ਸਿੰਘਾਂ ਨੂੰ ਲੈ ਕੇ ਹਿੰਦੁਸਤਾਨ ਦੀ ਸ਼ਾਹੀ ਤਾਕਤ ਨਾਲ ਸੀਨਾ ਤਾਣ ਕੇ ਟਕਰਾਇਆ। ਉਸ ਨੇ ਆਪਣੇ ਨਾਲੋਂ ਬਾਦਸ਼ਾਹੀ ਫੌਜ ਦਾ ਅਤੇ ਸਾਜੋ ਸਮਾਨ ਦਾ ਕਈ ਗੁਣਾ ਵੱਧ ਨੁਕਸਾਨ ਕੀਤਾ। ਚਪੋਲਾਂ ਦੇ ਮੈਦਾਨ ਵਿੱਚ ਖੁੱਲ੍ਹੀ ਟੱਕਰ ਸਮੇਂ ਬੰਦਾ ਸਿੰਘ ਦੀ ਅਗਵਾਈ ਵਿੱਚ ਸਿੰਘ ਸ਼ਾਹੀ ਸੈਨਾ
ਤੇ ਇਵੇਂ ਟੁੱਟਦੇ ਰਹੇ ਜਿਵੇਂ ਕਣਕ ਦੇ ਖਲਵਾੜੇ ਤੇ ਬਿਜਲੀ ਡਿੱਗ ਕੇ ਭਸਮ ਕਰ ਸੁੱਟਦੀ ਹੈ। ਉਹਨਾਂ ਸਿੰਘਾਂ ਨੇ ਬਾਦਸ਼ਾਹ, ਉਸਦੇ ਚਾਰੇ ਸ਼ਹਿਜ਼ਾਦਿਆਂ, ਵੱਡੇ ਵੱਡੇ ਜਰਨੈਲਾਂ, ਸ਼ਦਾਤ ਬਾਰੇ ਦੇ ਅਜਿੱਤ ਜੰਗਜੂ ਅਤੇ ਰਾਜਸਥਾਨ ਦੇ ਚੰਡੇਲਾਂ ਬੰਦੇਲਾਂ ਸੂਰਮਿਆਂ ਦੀਆਂ ਕੋਸ਼ਿਸ਼ਾਂ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀਆਂ। ਲੋਹਗੜ੍ਹ ਸਮੇਤ ਕਾਫੀ ਧਨ ਪਦਾਰਥ ਅਤੇ ਜੰਗੀ ਸਾਜੋ ਸਮਾਨ ਉਸਦੇ ਹੱਥੋਂ ਨਿਕਲ ਗਿਆ। ਸਿੰਘਾਂ ਰਤਾ ਵੀ ਦਿਲ ਤੇ ਨਹੀਂ ਲਿਆਂਦਾ। ਉਹ ਕਹਿੰਦੇ ਸਨ ਕਿ ਸ਼ੇਰ ਦਾ ਇੱਕ ਘੋਰ ਨਾ ਗਿਆ, ਪਰ ਉਸ ਲਈ ਹਜ਼ਾਰਾਂ ਹਾਜ਼ਰ। ਅਕਾਲ ਪੁਰਖ ਤੇ ਭਰੋਸਾ ਹੈ, ਉਸ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਚੜ੍ਹਦੀ ਕਲਾ ਬਖਸ਼ੀ, ਦੇਗ ਅਤੇ ਤੇਗ ਬਖਸ਼ੀ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਦੇ ਨਾਲ। ਜਿੱਥੇ ਖੜੇ ਹਾਂ ਉੱਥੇ ਹੀ ਲੋਹਗੜ੍ਹ ਬਣਾ ਲਵਾਂਗੇ। ਬੰਦਾ ਸਿੰਘ ਸਮਝਦਾ ਸੀ ਕਿ ਲੋਹਗੜ੍ਹ ਹੱਥੋਂ ਨਿਕਲ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਚੀਜ਼ਾਂ ਉਸਦੀ ਤਾਕਤ ਦੇ ਚਿੰਨ੍ਹ ਤਾਂ ਹੋ ਸਕਦੇ ਹਨ, ਸੋਮੇ ਨਹੀਂ। ਜਦ ਸਿੰਘ ਭਬਕਾ ਕੇ ਪੰਜਾ ਮਾਰਨਗੇ, ਕਈ ਲੋਹਗੜ੍ਹ ਪੈਰਾਂ ਵਿੱਚ ਹੋਣਗੇ। ਮੈਂ ਉਸਦੀ ਤਾਕਤ ਅਤੇ ਜਿੱਤ ਦਾ ਸੋਮਾ ਖਾਲਸਾ ਜੀ ਦੀ ਚੜ੍ਹਦੀ ਕਲਾ ਵਾਲੀ ਸਪਿਰਿਟ ਹੈ, ਜੋ ਅਜਿੱਤ ਹੈ, ਜਿਸ ਨੂੰ ਨਾ ਕੋਈ ਹਰਾ ਸਕਿਆ ਹੈ, ਨਾ ਹਰਾ ਸਕੂ। ਅੰਮ੍ਰਿਤ ਦੇ ਨਾਲ ਸਭ ਤੋਂ ਵੱਡੀ ਬਖਸ਼ਿਸ਼ ਅਕਾਲ ਪੁਰਖ ਦੀ ਅਜੀਮ ਰਹਿਮਤ ਹੈ, ਜੋ ਸਿੰਘਾਂ ਦਾ ਸਭ ਤੋਂ ਵੱਡਾ ਸਰਮਾਇਆ ਅਤੇ ਮਜ਼ਬੂਤ ਤਰੀਨ ਢਾਲ ਹੈ, ਜਿਸ ਵਿੱਚ ਦੀ ਧਰਮਰਾਜ ਦੀ ਮੌਤ ਰੂਪੀ ਗੋਲੀ ਜਾਂ ਤੀਰ ਤਲਵਾਰ ਨਹੀਂ ਲੰਘ ਸਕਦੇ। ਲੰਘਣਾ ਤਾਂ ਇੱਕ ਪਾਸੇ, ਉਸ ਤੇ ਇਹਨਾਂ ਦਾ ਕੋਈ ਅਸਰ ਹੀ ਨਹੀਂ। ਬੰਦਾ ਸਿੰਘ ਨੂੰ ਕੇਵਲ ਖਾਲਸੇ ਦੀ ਸ਼ਕਤੀ ਤੇ ਹੀ ਭਰੋਸਾ ਸੀ। ਕਿਉਂ? ਇਸ ਲਈ ਕਿ ਉਸ ਦੇ ਮੁਰਸ਼ਦੇ ਆਲਾ ਕਲਗੀਧਰ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਮੰਨਿਆ ਹੈ। ਇਸੇ ਵਿੱਚ ਉਸਦਾ ਨਿਵਾਸ ਹੈ, ਉਸਦੀ ਜਾਨ ਹੈ, ਪਿੰਡ ਪ੍ਰਾਣ ਹੈ। ਖਾਲਸਾ ਉਸਦਾ ਸਾਹਿਬ ਹੈ, ਉਸਦੀ ਆਨ ਸ਼ਾਨ ਅਤੇ ਸੱਜਣ ਸੂਰਾ ਹੈ। ਦਸ਼ਮੇਸ਼ ਜੀ ਨੇ ਖਾਲਸੇ ਨੂੰ ਹੀ ਸਾਰੇ ਮਾਣ ਬਖਸ਼ੇ ਹਨ। ਫਿਰ ਭਲਾ ਬੰਦਾ ਸਿੰਘ ਇਸ ਸ਼ਕਤੀਮਾਨ ਖਾਲਸੇ ਨੂੰ ਆਪਣੀ ਤਾਕਤ ਦਾ ਅਮੁੱਕ ਅਤੇ ਅਖੁੱਟ ਸੋਮਾ ਕਿਉਂ ਨਾ ਮੰਨੇ? ਖਾਲਸਾ ਹੀ ਉਸ ਦਾ ਸਭ ਤੋਂ ਮਜ਼ਬੂਤ ਕਿਲਾ ਹੈ। ਲੋਹਗੜ੍ਹ ਚੋਂ ਨਿਕਲ ਜਾਣ ਤੋਂ ਐਨ 14 ਦਿਨ ਬਾਅਦ ਬੰਦਾ ਸਿੰਘ ਨੇ ਸਿੱਖਾਂ ਦੇ ਆਗੂ ਵਜੋਂ ਹੁਕਮਨਾਮੇ ਭੇਜੇ ਕਿ ਸਿੰਘ ਜਿੱਥੇ ਵੀ ਹੋਣ, ਹੁਕਮਨਾਮਾ ਮਿਲਦੇ ਸਾਰ ਸ਼ਸਤਰ ਜੋ ਵੀ ਮਿਲੇ ਲੈ ਕੇ ਤੁਰੰਤ ਉਸ ਪਾਸ ਪੁੱਜਣ। ਇਹ ਹੁਕਮਨਾਮੇ ਕੀਰਤਪੁਰੋਂ ਭੇਜੇ ਗਏ ਸਨ। ਲੋਹਗੜ੍ਹ ਜੋ ਸਿੱਖ ਸ਼ਕਤੀ ਦਾ ਕੇਂਦਰ ਬਣ ਚੁੱਕਾ ਸੀ, ਭਾਵੇਂ ਉਹ ਥੋੜ੍ਹੇ ਚਿਰ ਲਈ ਰਿਹਾ, ਪੰਜਾਬ ਦੀ ਦੱਬੀ ਕੁਚਲੀ ਜਨਤਾ, ਵਿਸ਼ੇਸ਼ ਕਰਕੇ ਸਿੱਖ, ਉਸ ਨੂੰ ਮੁਗਲ ਰਾਜ ਦੇ ਮਰਕਜ਼ ਦਿੱਲੀ ਨਾਲੋਂ ਘੱਟ ਨਹੀਂ ਸਨ ਮੰਨਦੇ। ਉਹ ਮਹਿਸੂਸ ਕਰਦੇ ਸਨ ਕਿ ਇਸ ਥਾਂ ਤੇ ਬਣੀ ਰਾਜਸੀ ਸ਼ਕਤੀ ਨੇ ਵੀ ਪੰਜਾਬ ਦੇ ਮੁਲਕ ਚੋਂ ਗੁਲਾਮੀ ਦੀ ਜੜ੍ਹ ਪੁੱਟ ਸੁੱਟੀ ਹੈ ਅਤੇ ਕੱਲ੍ਹ ਦੇ ਜਰਵਾਣਿਆਂ ਨੂੰ, ਜਿਨ੍ਹਾਂ ਰਿਆਇਆਂ ਦਾ ਲਹੂ ਸੁਕਾਇਆ ਹੋਇਆ ਸੀ, ਐਸੀ ਮਾਰ ਮਾਰੀ ਹੈ ਕਿ ਮੂਧੇ ਮੂੰਹ ਪਏ ਕਿਤੇ ਬਿਰਕਦੇ ਨਹੀਂ। ਜਨਤਾ ਦੀ ਇੱਜ਼ਤ ਆਬਰੂ ਇਹਨਾਂ ਦੇ ਹੁੰਦਿਆਂ ਸੁਰੱਖਿਅਤ ਹੈ। ਜਦ ਲੋਕਾਂ ਨੂੰ ਇਸ ਸਥਾਨ ਦੇ ਮੁੜ ਮੁਗਲਾਂ ਦੇ ਕਬਜ਼ੇ ਵਿੱਚ ਆ ਜਾਣ ਦੀ ਖਬਰ ਮਿਲੀ ਤਾਂ ਲੋਕਾਂ ਦੇ ਅਫਸੋਸ ਦੀ ਹੱਦ ਨਾ ਰਹੀ। ਜੇ ਖੁਸ਼ੀ ਸੀ ਤਾਂ ਸਿਰਫ ਉਹਨਾਂ ਮੁਸਲਮਾਨਾਂ ਨੂੰ ਜੋ ਸਰਕਾਰ ਪੱਖੀ ਸਨ। ਹਾਂ, ਰਾਠ ਅਤੇ ਖਾੜਕੂ ਸਿੰਘਾਂ ਉੱਤੇ ਇਸ ਨੁਕਸਾਨ ਦਾ ਕੋਈ ਅਸਰ ਨਹੀਂ ਸੀ। ਉਹ ਸਿਰਫ ਬੰਦਾ ਸਿੰਘ ਵੱਲੋਂ ਕੋਈ ਖਬਰ ਉਡੀਕਦੇ ਸਨ। ਜਦ ਹੁਕਮਨਾਮੇ ਪੁੱਜੇ ਤਾਂ ਜਿੱਥੇ ਜਿੱਥੇ ਕੋਈ ਵੀ ਸੀ, ਵਹੀਰਾਂ ਘੱਤ ਕੇ ਤੁਰ ਪਿਆ ਅਤੇ ਘੜੀਓਂ ਕੋਹ ਕਰਦੇ ਕੀਰਤਪੁਰ ਬੰਦਾ ਸਿੰਘ ਪਾਸ ਆਣ ਇਕੱਠੇ ਹੋਏ। ਜਦ ਬੰਦਾ ਸਿੰਘ ਪਾਸ ਸਿੰਘਾਂ ਦਾ ਦਲ ਤਕੜੀ ਗਿਣਤੀ ਵਿੱਚ ਇਕੱਠਾ ਹੋ ਗਿਆ ਤਾਂ ਉਸਨੇ ਫੈਸਲਾ ਕੀਤਾ ਕਿ ਸ਼ਿਵਾਲਿਕ ਤੇ ਹਿੰਦੂ ਰਾਜੇ ਜੋ ਗੁਰੂ ਘਰ ਨਾਲ ਜਾਣ ਬੁੱਝ ਕੇ ਵੈਰ ਕਮਾਉਂਦੇ ਆਏ ਹਨ, ਉਹਨਾਂ ਦੀ ਖਬਰ ਲਈ ਜਾਵੇ ਅਤੇ ਉਹਨਾਂ ਨੂੰ ਕੀਤੀਆਂ ਦਾ ਫਲ ਭੁਗਤਾਇਆ ਜਾਵੇ। ਭੀਮ ਚੰਦ ਕਹਿਲੂਰੀਆ ਅਤੇ ਪਹਾੜੀ ਰਾਜਿਆਂ ਦੀ ਸੁਧਾਈ। ਸ਼ਿਵਾਲਿਕ ਦੇ ਪਹਾੜੀ ਰਾਜਿਆਂ ਚੋਂ ਗੁਰੂ ਘਰ ਦਾ ਵੱਡਾ ਦੋਖੀ ਅਤੇ ਦਸ਼ਮੇਸ਼ ਜੀ ਨਾਲ ਹਰ ਤਰ੍ਹਾਂ ਦਾ ਧਰੋਹ, ਦਗਾ, ਦੁਸ਼ਮਣੀ, ਉਹ ਵੀ ਬੇਵਜ੍ਹਾ ਕਮਾਉਣ ਵਾਲਾ ਭੀਮ ਚੰਦ ਸੀ। ਉਹ ਐਡਾ ਮਹਾਪਾਪੀ ਅਤੇ ਨੀਚ ਸੀ ਕਿ ਜਦ ਮੁਗਲ ਸ਼ਾਹੀ ਦੇ ਅਧਿਕਾਰੀਆਂ ਵੱਲੋਂ ਸਿਰ ਤੇ ਬਣਦੀ ਤਾਂ ਮਿੰਨਤਾਂ ਤਰਲੇ ਕਰਕੇ ਗੁਰੂ ਜੀ ਦੀ ਸ਼ਰਨ ਲੈਂਦਾ ਅਤੇ ਰੱਖਿਆ ਲਈ ਹਾੜੇ ਕੱਢਦਾ। ਗੁਰੂ ਘਰ ਤਾਂ ਹੈ ਹੀ ਮਜ਼ਲੂਮ ਦੀ ਰੱਖਿਆ ਅਤੇ ਜ਼ਾਲਮਾਂ ਦੀ ਭਖਿਆ ਲਈ। ਕਲਗੀਧਰ ਸ਼ਰਨ ਡਿੱਗੇ ਨੂੰ ਕੰਠ ਲਾ ਲੈਂਦੇ। ਇੱਕ ਨਹੀਂ ਕਈ ਵਾਰ ਉਸ ਦੀ ਸਹਾਇਤਾ ਕੀਤੀ ਅਤੇ ਉਸ ਦੀ ਮੁਗਲਾਂ ਹੱਥੋਂ ਪੱਤ ਬਚਾਈ, ਪਰ ਇਹ ਐਸਾ ਅਕ੍ਰਿਤ ਘਣਤਾ ਦਾ ਪੁਤਲਾ ਸੀ ਕਿ ਔਖਾ ਸਮਾਂ ਟੱਪ ਜਾਣ ਪਿੱਛੋਂ ਸ਼ੁਕਰਗੁਜ਼ਾਰ ਹੋਣ ਦੀ ਥਾਂ ਗੁਰੂ ਘਰ ਨਾਲ ਵੈਰ ਦਾ ਆਡਾ ਲਾ ਲੈਂਦਾ। ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਤੇ ਚਮਕੌਰ ਦੀ ਲੜਾਈ ਵਿੱਚ ਮੂਹਰੇ ਸੀ। ਆਟੇ ਦੀ ਗਊ ਬਣ ਕੇ ਆਪਣੇ ਪ੍ਰੋਹਤ ਰਾਹੀਂ ਗੁਰੂ ਜੀ ਪਾਸ ਘਲਾਉਣ ਅਤੇ ਉਸ ਦੀ ਕਸਮ ਖਾਣ ਵਾਲਾ ਅਤੇ ਫਿਰ ਅਨੰਦਪੁਰ ਸਾਹਿਬ ਤੋਂ ਤੁਰਿਆ
ਉੱਤੇ ਹਮਲਾ ਕਰਵਾਉਣ ਵਾਲਾ ਵੀ ਇਹੋ ਨੀਚ ਅਤੇ ਨਿਰਲੱਜ ਪਹਾੜੀਆ ਸੀ। ਸਿੰਘਾਂ ਜਦ ਦੀ ਸਰਹੰਦ ਮਾਰੀ ਸੀ, ਉਹ ਲੂਰੀਆਂ ਲੈਂਦੇ ਸਨ ਕਿ ਇਸ ਦੁਸ਼ਟ ਭੀਮ ਚੰਦ ਨੂੰ ਵੀ ਸੋਧਿਆ ਜਾਵੇ। ਬੰਦਾ ਸਿੰਘ ਦੀ ਵਿਉਂਤ ਸੀ ਕਿ ਪਹਿਲਾਂ ਵੱਡੇ ਦੁਸ਼ਮਣ ਨੂੰ ਮਾਰ-ਮਾਰ ਕੇ ਖੋਖਲਾ ਕਰ ਲਿਆ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਮੁਲਕ ਕਬਜ਼ੇ ਕਰਕੇ ਉਸ 'ਤੇ ਰਾਜ ਪ੍ਰਬੰਧ ਪੱਕਾ ਕਰ ਲਿਆ ਜਾਵੇ, ਤਾਂ ਕਿ ਖਾਲਸੇ ਦਾ ਰਾਜ ਪ੍ਰਬੰਧ ਪੱਕੀ ਬੁਨਿਆਦ 'ਤੇ ਖੜ੍ਹਾ ਹੋ ਸਕੇ। ਭੀਮ ਚੰਦ ਅਤੇ ਇਸ ਵਰਗੀ ਹੋਰ ਲੰਡੀ ਬੁੱਚੀ ਨੂੰ ਤਾਂ ਉਹ ਤੁੱਛ ਸਮਝਦਾ ਸੀ। ਉਹ ਸਮਝਦਾ ਸੀ ਕਿ ਜਦ ਖਾਲਸੇ ਦੀ ਕਾਫੀ ਤਾਕਤ ਬਣ ਗਈ ਅਤੇ ਮੁਗਲ ਰਾਜ ਨੂੰ ਖੂਹ ਖਾਤੇ ਪਾ ਦਿੱਤਾ, ਤਾਂ ਇਹ ਸਿੰਘਾਂ ਦਾ ਜਾਹੋ ਜਲਾਲ ਤੱਕ ਕੇ ਆਪਣੇ ਆਪ ਹੀ ਸ਼ਰਨ ਆ ਟਿਕਣਗੇ। ਜੇ ਰਤਾ ਮਾਸਾ ਤਿੜਕ ਫਿੜਕ ਕੀਤੀ ਤਾਂ ਇਹਨਾਂ ਇੱਕ ਘੂਰੀ ਨਹੀਂ ਸਹਿਣੀ। ਸਮਝ ਆ ਗਈ ਤਾਂ ਸੁਧਰ ਜਾਣਗੇ, ਬਚੇ ਰਹਿਣਗੇ, ਨਹੀਂ ਤਾਂ ਸਿੰਘਾਂ ਪੈਰਾਂ ਥੱਲੇ ਮਸਲ ਕੇ ਮਾਰ ਖਪਾਉਣਗੇ। ਇਹ ਤਾਂ ਸਿੰਘਾਂ ਦੇ ਕਿੱਲੇ ਬੱਧੇ ਹਨ। ਵੱਡੀ ਤਾਕਤ ਇਕੱਤਰਿਤ ਕਰਨ ਤੋਂ ਪਹਿਲਾਂ ਲੋਹਗੜ੍ਹ ਦਾ ਥਕੇਵਾਂ ਲਾਉਣ ਲਈ ਗੁਰੂ ਘਰ ਦੇ ਵੈਰੀ ਪਹਾੜੀ ਦੁਸ਼ਟ ਰਾਜਿਆਂ ਦੀ ਟੋਟਣੀ ਕੁੱਟੀ ਜਾਵੇ। ਇੱਕ ਤਾਂ ਇਹਨਾਂ ਨਾਲ ਹਿਸਾਬ ਸਾਫ਼ ਹੋ ਜਾਊਗਾ, ਦੂਜਾ ਕੁਝ ਸਮੇਂ ਲਈ ਖਾਲਸਾ ਵਿਸਮ ਲਊ ਅਤੇ ਇਸ ਪਾਸੇ ਦਾ ਲਹਿਰਾ ਲੈ ਲਊ। ਸੋ ਸਭ ਤੋਂ ਪਹਿਲਾਂ ਖਾਲਸੇ ਦਾ ਧਿਆਨ ਮਹਾਚੰਡਾਲ ਭੀਮ ਚੰਦ ਬਿਲਾਸਪੁਰੀਏ 'ਤੇ ਪਿਆ। ਬੰਦਾ ਸਿੰਘ ਕੀਰਤਪੁਰੋਂ ਕੂਚ ਕਰਕੇ ਅਨੰਦਪੁਰ ਸਾਹਿਬ ਆਇਆ। ਖਾਲਸੇ ਜੀ ਦੇ ਜਨਮ ਸਥਾਨ ਦਾ ਕਾਫੀ ਨੁਕਸਾਨ ਹੋਇਆ ਸੀ। ਬੰਦਾ ਸਿੰਘ ਨੇ ਪਵਿੱਤਰ ਅਸਥਾਨ 'ਤੇ ਸੀਸ ਝੁਕਾਇਆ ਤੇ ਬਹੁਤ ਸਾਰਾ ਧਨ ਭੇਟ ਕੀਤਾ ਅਤੇ ਪੁਜਾਰੀਆਂ ਨੂੰ ਮੁਰੰਮਤ ਅਤੇ ਉਸਾਰੀ ਲਈ ਬੇਨਤੀ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਭੀਮ ਚੰਦ ਨੂੰ ਪਰਵਾਨਾ ਘਲਾਇਆ ਕਿ ਖਾਲਸਾ ਚੜ੍ਹ ਕੇ ਆ ਰਿਹਾ ਹੈ, ਸ਼ਰਨ ਪਿਆ ਬਚਾਅ ਹੈ ਤੇ ਆਕੀ ਹੋਇਆ ਖੁਆਰੀ ਅਤੇ ਤਬਾਹੀ ਹੈ। ਜੋ ਮਨ ਭਾਵੇ ਫੈਸਲਾ ਕਰ ਲੈ। ਸਰਹੰਦ ਮਾਰਨ ਵਾਲੇ ਦਿਨ ਤੋਂ ਹੀ ਭੀਮ ਚੰਦ ਦੀ ਨੀਂਦ ਹਰਾਮ ਹੋ ਗਈ ਸੀ। ਉਸਦੇ ਕੀਤੇ ਹੋਏ ਪਾਪ ਉਸ ਨੂੰ ਸਦਾ ਕਾਂਬਾ ਚਾੜ੍ਹੀ ਰੱਖਦੇ। ਕਿਸੇ ਪਲ ਚੈਨ ਨਹੀਂ ਸੀ, ਕਿਉਂਕਿ ਉਹ ਸਮਝਦਾ ਸੀ ਕਿ ਵਜ਼ੀਰ ਖਾਂ ਤੋਂ ਬਾਅਦ ਲਾਜ਼ਮੀ ਉਸਦੀ ਵਾਰੀ ਆਉਣੀ ਹੈ। ਉਸ ਨੇ ਉਸ ਦਿਨ ਤੋਂ ਹੀ ਆਪਣੇ ਬਚਾਅ ਲਈ ਜਲੰਧਰ ਦੁਆਬਾ ਦੇ ਸਿਰ ਕੱਢ ਜ਼ਿਮੀਂਦਾਰਾਂ ਨਾਲ ਸਾਂਢਾ ਗਾਂਢਾ ਕਰਕੇ ਉਹਨਾਂ ਦੇ ਪਾਲਤੂ ਲੜਾਕੇ ਅਤੇ ਆਪਣੇ ਗੁਆਂਢੀ ਪਹਾੜੀ ਰਾਜਿਆਂ ਦੀ ਸਹਾਇਤਾ ਪ੍ਰਾਪਤ ਕਰ ਲਈ ਸੀ। ਬਿਲਾਸਪੁਰ ਦੀ ਗੜੀ ਨੂੰ ਮਜ਼ਬੂਤ ਕਰਕੇ ਰਸਦ ਪੱਠਾ ਅਤੇ ਗੋਲੀ ਸਿੱਕਾ ਤਿਆਰ ਕਰਕੇ ਬੰਦਾ ਸਿੰਘ ਵੱਲੋਂ ਹਮਲੇ ਦੀ ਉਡੀਕ ਕਰ ਰਿਹਾ ਸੀ। ਸਿੰਘਾਂ ਵੱਲੋਂ ਆਏ ਪਰਵਾਨੇ ਦਾ ਤਤਕਾਲ ਕੋਈ ਦੋ ਟੁਕ ਜਵਾਬ ਨਾ ਆਇਆ, ਸਗੋਂ ਸਿੰਘਾਂ ਦੀ ਤਾਕਤ ਬਾਰੇ ਸੂਹਾਂ ਕੱਢਣ ਲੱਗਾ। ਉਹ ਇਸ ਸੋਚ ਦੇ ਤਹਿਤ ਘੇਸਲ ਮਾਰ ਰਿਹਾ ਸੀ ਕਿ ਸੰਭਵ ਹੈ ਕਿ ਸ਼ਾਹੀ ਫੌਜ ਬੰਦਾ ਸਿੰਘ ਦੀ ਭਾਲ ਵਿੱਚ ਪਿੱਛੇ ਜਲਦੀ ਹੀ ਪਹੁੰਚ ਜਾਵੇ ਅਤੇ ਇੰਜ ਸਿੰਘਾਂ ਨੂੰ ਸੰਨੀ ਵਿੱਚ ਲੈ ਕੇ ਮੁਗਲ ਸੈਨਾ ਨਾਲ ਹੱਥ ਵਟਾ ਸਿੰਘਾਂ ਨੂੰ ਬਰਬਾਦ ਕਰਨ ਦਾ ਹਿੱਸੇਦਾਰ ਬਣੇ ਅਤੇ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋ ਜਾਵੇ। ਇਸ ਲਈ ਉਸਨੂੰ ਆਪਣੀ ਤਿਆਰੀ 'ਤੇ ਕਾਫੀ ਮਾਣ ਸੀ। ਭਾਵੇਂ ਕਿਸੇ ਨੂੰ ਪੁੱਛ ਕੇ ਉਸਦੀ ਸਲਾਹ ਨਾਲ ਨਹੀਂ ਵਾਪਰਦੀ। ਬੰਦਾ ਸਿੰਘ ਨੇ ਨਾ ਦੂਜਾ ਪਰਵਾਨਾ ਘੱਲਣਾ ਸੀ ਅਤੇ ਨਾ ਹੀ ਪਹਿਲੇ ਦੇ ਜਵਾਬ ਲਈ ਲੋੜੋਂ ਵੱਧ ਉਡੀਕ ਕਰਨੀ ਸੀ। ਬੰਦਾ ਸਿੰਘ ਨੇ ਅਨੰਦਪੁਰ ਸਾਹਿਬੋਂ ਕੂਚ ਕੀਤਾ ਅਤੇ ਪਹਾੜੀਆਂ ਨੂੰ ਉਦੋਂ ਪਤਾ ਲੱਗਾ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘਾਂ ਨੇ ਜਕਾਰਿਆਂ ਨਾਲ ਅਸਮਾਨ ਅਤੇ ਪਰਬਤ ਗੂੰਜ ਉੱਠੇ। ਹੱਲਾ ਇੰਨਾ ਜ਼ੋਰ ਦਾ ਸੀ ਕਿ ਪਹਾੜੀਆਂ ਅਤੇ ਜਲੰਧਰੀਏ ਲੜਾਕੂ ਪਲ ਭਰ ਵੀ ਅੜ ਨਾ ਸਕੇ। ਭੀਮ ਚੰਦ ਦੇ ਪੱਕੀ ਸੇਵਾ ਵਾਲੇ ਅਤੇ ਆਰਜੀ ਭਾਵ ਇਰੈਗੂਲਰ 1300 ਮੀਏ ਇੱਕ ਥਾਂ ਹੀ ਮਾਰੇ ਗਏ। ਲਾਸ਼ਾਂ ਦੀ 100 ਢੇਰੀ ਲਾਈ ਗਈ ਅਤੇ ਇੰਜ ਇਹ ਸਾਰੇ ਮੁਰਦੇ 13 ਖੱਡਿਆਂ ਵਿੱਚ ਸੁੱਟ ਕੇ ਦੱਬ ਦਿੱਤੇ ਗਏ। ਹੁਣ ਵਾਰੀ ਆਈ ਬਿਲਾਸਪੁਰ ਦੇ ਸ਼ਹਿਰ ਦੀ, ਜਿਸ ਦੀ ਚੁਫੇਰਿਓਂ ਨਾਕਾਬੰਦੀ ਕੀਤੀ ਹੋਈ ਸੀ। ਸਿੰਘਾਂ ਸਾਹਮਣੇ ਹੁਣ ਉਹ ਸ਼ਹਿਰ ਸੀ ਜਿੱਥੋਂ ਜ਼ੁਲਮੀ ਧਾੜਾਂ ਗੁਰੂ ਘਰ ਸ਼੍ਰੀ ਅਨੰਦਪੁਰ ਸਾਹਿਬ 'ਤੇ ਚੜ੍ਹ ਕੇ ਜਾਇਆ ਕਰਦੀਆਂ ਸਨ। ਭੀਮ ਚੰਦ ਦੀ ਦਸ਼ਮੇਸ਼ ਜੀ ਨਾਲ ਦੁਸ਼ਮਣੀ ਅਕਾਰਨ ਸੀ। ਗੁਰੂ ਘਰ ਦੇ ਦੋਖੀਆਂ ਤੋਂ ਗਿਣ ਬਦਲੇ ਲਏ। ਗਰੀਬ ਜਨਤਾ ਛੱਡ ਕੇ ਬਾਕੀ ਸ਼ਹਿਰ ਦੀ ਬੁਰੀ ਬਾਬ ਕੀਤੀ ਗਈ। ਇੱਥੋਂ ਬੜੇ ਗਹਿਰੇ ਗੱਫੇ ਸਿੰਘਾਂ ਦੇ ਹੱਥ ਲੱਗੇ। ਰਾਜਿਆਂ ਦਾ ਸਾਂਭਿਆ ਧਨ ਪਦਾਰਥ ਬੰਦਾ ਸਿੰਘ ਦੀਆਂ ਅਗਲੀਆਂ ਮੁਹਿੰਮਾਂ ਵਿੱਚ ਕੰਮ ਆਇਆ। ਭੀਮ ਚੰਦ ਉਸਦੀ ਰਾਜਧਾਨੀ ਅਤੇ ਉਸਦੇ ਹਮਾਇਤੀਆਂ ਦਾ ਜੋ ਹਸ਼ਰ ਹੋਇਆ, ਉਸਨੂੰ ਸੁਣ ਕੇ ਬਾਕੀ ਪਹਾੜੀ ਰਾਜਿਆਂ ਨੂੰ ਸੁੱਕੀਆਂ ਤਰੇਲੀਆਂ ਆਉਣ ਲੱਗ ਪਈਆਂ ਅਤੇ ਲੱਗੀਆਂ ਨਬਜ਼ਾਂ ਖਲਾਉਣ। ਵਧੇ ਆ ਰਹੇ ਖਾਲਸੇ ਦੇ ਯਲਗਾਰ ਮੂਹਰੇ ਜੇ ਅੜਨ ਦੀ ਕੋਸ਼ਿਸ਼ ਕੀਤੀ ਤਾਂ ਮੌਤ ਦਾ ਮਾਂਜਾ ਫਿਰ ਜਾਵੇਗਾ। ਇਸ ਖਿਆਲ ਨੇ ਹੀ ਉਹਨਾਂ ਦੀ ਆਤਮਾ ਨੂੰ ਕਾਂਬਾ ਛੇੜ ਦਿੱਤਾ। ਉਹਨਾਂ ਬੰਦਾ ਸਿੰਘ ਅੱਗੇ ਅਧੀਨਗੀ ਵਿੱਚ ਹੀ ਆਪਣਾ ਬਚਾਅ ਸਮਝਿਆ। ਬਹੁਤ ਸਾਰੇ ਰਾਜੇ ਬੰਦਾ ਸਿੰਘ ਦੇ ਕੈਂਪੂ ਵਿੱਚ
ਨਜ਼ਰਾਨੇ ਲੈ ਕੇ ਹਾਜ਼ਰ ਹੋਏ ਅਤੇ ਤਾਬਿਆਦਾਰੀ ਦਾ ਭਰੋਸਾ ਦਿਵਾਇਆ। ਬੰਦਾ ਸਿੰਘ ਪਾਸ ਜੋ ਸਭ ਤੋਂ ਪਹਿਲਾਂ ਅਧੀਨਗੀ ਵਜੋਂ ਨਜ਼ਰਾਨਾ ਭੇਟ ਕਰਨ ਆਇਆ, ਉਹ ਮੰਡੀ ਦਾ ਰਾਜਾ ਸਿੱਧਸੈਨ ਸੀ। ਉਸਨੇ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਾ ਹੈ ਅਤੇ ਉਸਦੇ ਘਰ ਨੂੰ ਕਲਗੀਧਰ ਜੀ ਨੇ ਆਪਣੀ ਚਰਨ ਛੋਹ ਨਾਲ ਪਵਿੱਤਰ ਕੀਤਾ ਹੈ। ਸਤਿਗੁਰ ਦੀ ਉਸਦੇ ਘਰ 'ਤੇ ਬੜੀ ਕਿਰਪਾ ਦ੍ਰਿਸ਼ਟੀ ਹੈ। ਇਹ ਸੁਣ ਕੇ ਬੰਦਾ ਸਿੰਘ ਬੜਾ ਖੁਸ਼ ਹੋਇਆ ਤੇ ਉਸਨੂੰ ਆਸ਼ੀਰਵਾਦ ਦਿੱਤਾ ਕਿ ਤੇਰਾ ਰਾਜ ਸਦਾ ਬਣਿਆ ਰਹੇ। ਜੋ ਜੋ ਰਾਜਾ ਖਾਲਸੇ ਦੀ ਸ਼ਰਨ ਲਈ ਆਇਆ ਉਸਨੂੰ ਬਖਸ਼ਿਆ ਗਿਆ ਅਤੇ ਉਸ ਦੇ ਰਾਜ ਬਣੇ ਰਹਿਣ ਦਿੱਤੇ। ਹਾਂ, ਜੋ ਆਕੜੇ ਉਹਨਾਂ ਦੇ ਅਕੜੇਵੇਂ ਜਰਾ ਸਵਾਰ ਕੇ ਕੱਢ ਦਿੱਤੇ ਗਏ। ਮੰਡੀ ਤੋਂ ਬੰਦਾ ਸਿੰਘ ਦਾ ਰੁਖ ਕੁੱਲੂ ਵੱਲ ਹੋ ਗਿਆ। ਜਦੋਂ ਸੁਲਤਾਨਪੁਰ ਪੁੱਜੇ ਤਾਂ ਇੱਕ ਦਿਨ ਬੰਦਾ ਸਿੰਘ ਨੇ ਜੰਗਲ ਵਿੱਚ ਜਦ ਇਕੱਲਾ ਹੀ ਵਿਚਰ ਰਿਹਾ ਸੀ, ਕੁੱਲੂ ਦੇ ਰਾਜੇ ਦੇ ਸਿਪਾਹੀਆਂ ਦੇ ਹੱਥ ਆ ਗਿਆ, ਜਿਨ੍ਹਾਂ ਨੇ ਉਸਨੂੰ ਰਾਜੇ ਪਾਸ ਪਹੁੰਚਾ ਦਿੱਤਾ। ਉਸਨੇ ਫੜਿਆ ਸ਼ੇਰ ਝੱਟ ਪਿੰਜਰੇ ਪਾ ਲਿਆ, ਕਿਉਂਕਿ ਉਸਨੂੰ ਵੀ ਬਾਕੀ ਰਾਜਿਆਂ ਵਾਂਗ ਬੰਦਾ ਸਿੰਘ ਨੂੰ ਫੜਨ ਦਾ ਹੁਕਮ ਪੁੱਜਾ ਹੋਇਆ ਸੀ। ਰਾਜੇ ਨੇ ਆਪਣੀ ਵਫ਼ਾਦਾਰੀ ਨੂੰ ਉਜਾਗਰ ਕਰਨ ਦਾ ਸੋਹਣਾ ਮੌਕਾ ਹੱਥ ਆਇਆ ਵੇਖ ਕੇ ਉਸਨੂੰ ਪਿੰਜਰੇ ਪਾ ਲਿਆ ਕਿ ਬੰਦਾ ਸਿੰਘ ਦੇ ਫਰਾਰ ਹੋ ਜਾਣ ਦਾ ਤੌਖਲਾ ਨਾ ਰਹੇ। ਉਸਨੂੰ ਉਹ ਬਹਾਦਰ ਸ਼ਾਹ ਦੀ ਫੌਜ ਦੇ ਉਹਨਾਂ ਸਿਪਾਹੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ ਜੋ ਉਸਦੀ ਭਾਲ ਵਿੱਚ ਪਹਾੜੀ ਰਿਆਸਤਾਂ ਵਿੱਚ ਫਿਰ ਰਹੇ ਸਨ। ਜਦ ਇਸ ਗੱਲ ਦੀ ਖਬਰ ਮੰਡੀ ਦੇ ਰਾਜਾ ਸਿੱਧਸੈਨ ਨੂੰ ਮਿਲੀ ਤਾਂ ਉਸਨੇ ਕੁੱਲੂ ਦੇ ਰਾਜਾ ਮਾਨ ਸਿੰਘ 'ਤੇ ਹਮਲਾ ਕਰਕੇ ਬੰਦਾ ਸਿੰਘ ਨੂੰ ਛੁਡਾਉਣ ਲਈ ਤਿਆਰੀ ਕਰ ਦਿੱਤੀ। ਅਜੇ ਫੌਜ ਨੇ ਕੂਚ ਨਹੀਂ ਸੀ ਕੀਤਾ ਕਿ ਬੰਦਾ ਸਿੰਘ ਕਿਸੇ ਢੰਗ ਨਾਲ ਕੈਦ 'ਚੋਂ ਨਿਕਲ ਕੇ ਮੰਡੀ ਆ ਗਿਆ। ਇੱਥੇ ਮੰਡੀ ਵਿਖੇ ਸਿੰਘ ਬਹੁਤੀ ਦੇਰ ਟਿਕੇ ਨਹੀਂ, ਚੰਬੇ ਵੱਲ ਨੂੰ ਚੜ੍ਹ ਪਏ। ਇਸ ਵੇਲੇ ਇੱਥੇ ਰਾਜਾ ਉਦੇ ਸਿੰਘ ਦਾ ਰਾਜ ਸੀ। ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਪਣਾ ਵਜ਼ੀਰ ਨਜ਼ਰਾਨਾ ਦੇ ਕੇ ਬੰਦਾ ਸਿੰਘ ਪਾਸ ਭੇਜਿਆ ਕਿ ਉਹ ਪਤਾ ਕਰੇ ਕਿ ਬੰਦਾ ਸਿੰਘ ਦੀ ਕੀ ਇੱਛਾ ਹੈ। ਵਜ਼ੀਰ ਨੇ ਭੇਟਾ ਰੱਖ ਕੇ ਨਮਸਕਾਰ ਕੀਤੀ। ਵਜ਼ੀਰ ਦੀ ਗੱਲ ਸੁਣ ਸਮਝ ਕੇ ਬੰਦਾ ਸਿੰਘ ਨੇ ਉਸਨੂੰ ਧੀਰਜ ਦਿੰਦਿਆਂ ਕਿਹਾ ਕਿ ਤੁਸੀਂ ਡਰੋ ਨਹੀਂ, ਖਾਲਸਾ ਸ਼ਰਨ ਆਇਆ ਤੇ ਕਦੀ ਹੱਥ ਨਹੀਂ ਚੁੱਕਦਾ, ਰੱਖਿਆ ਅਤੇ ਮਾਣ ਬਖਸ਼ਦਾ ਹੈ। ਚੰਬੇ ਦੀ ਰਿਆਸਤ 'ਤੇ ਹਮਲਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ, ਸਿਰਫ ਚੰਬੇ ਸ਼ਹਿਰ ਦੀ ਸੈਰ ਕਰਨੀ ਹੈ। ਆਵਾਂਗਾ ਵੀ ਮੈਂ ਇਕੱਲਾ ਹੀ ਅਤੇ ਸੈਰ ਕਰਕੇ ਮੁੜ ਜਾਵਾਂਗਾ। ਵਜ਼ੀਰ ਨੇ ਪ੍ਰਵਾਨ ਕਰ ਲਿਆ ਅਤੇ ਉੱਚੇ ਪਹਾੜਾਂ ਦੇ ਔਖੇ ਰਾਹੀਂ ਲੰਘਾ ਕੇ ਨਾਲ ਲੈ ਆਇਆ। ਰਾਜਾ ਉਦੇ ਸਿੰਘ ਨੇ ਬੰਦਾ ਸਿੰਘ ਦਾ ਬੜਾ ਨਿੱਘਾ ਸਵਾਗਤ ਕੀਤਾ ਅਤੇ ਖੂਬ ਆਓ ਭਗਤ ਕੀਤੀ। ਥੋੜ੍ਹੇ ਦਿਨਾਂ ਵਿੱਚ ਬੰਦਾ ਸਿੰਘ ਦੀ ਮੁਹੱਬਤ ਦਾ ਰਾਜੇ 'ਤੇ ਐਸਾ ਪ੍ਰਭਾਵ ਪਿਆ ਕਿ ਉਹ ਉਸਦਾ ਸੇਵਕ ਬਣ ਗਿਆ ਅਤੇ ਨਾਲ ਹੀ ਰਾਜ ਘਰਾਣੇ ਦੀ ਇੱਕ ਸੁੰਦਰ ਰਾਜਕੁਮਾਰੀ ਨਾਲ ਉਸਦਾ ਵਿਆਹ ਵੀ ਕਰਵਾ ਦਿੱਤਾ। ਉਸਦੀ ਕੁੱਖ ਤੋਂ ਸੰਨ 1711 ਈਸਵੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਅਜੇ ਸਿੰਘ ਰੱਖਿਆ ਗਿਆ। ਇਹੋ ਬੱਚਾ ਹੀ ਬੰਦਾ ਸਿੰਘ ਦੇ ਨਾਲ ਦਿੱਲੀ ਸ਼ਹੀਦ ਕੀਤਾ ਗਿਆ ਸੀ। 11 ਦਸੰਬਰ 1710 ਈਸਵੀ ਦੀ ਰਾਤ ਨੂੰ ਲੋਹਗੜ੍ਹ ਖਾਲੀ ਕਰ ਦਿੱਤੇ ਜਾਣ ਤੋਂ ਬਾਅਦ 3 ਕੁ ਮਹੀਨੇ ਬੰਦਾ ਸਿੰਘ ਇਹਨਾਂ ਪਹਾੜੀ ਰਾਜਿਆਂ ਦੀ ਖਬਰਸਾਰ ਲੈਂਦਾ ਰਿਹਾ ਅਤੇ ਨਾਲ ਨਾਲ ਆਪਣੀ ਤਾਕਤ ਨੂੰ ਵੀ ਵਧਾਈ ਗਿਆ। ਫਰਵਰੀ-ਮਾਰਚ 1711 ਈਸਵੀ ਭਾਵ 3 ਮਹੀਨਿਆਂ ਪਿੱਛੋਂ ਬੰਦਾ ਸਿੰਘ ਨੇ ਪਹਾੜਾਂ ਤੋਂ ਉੱਤਰ ਰਾਏਪੁਰ ਅਤੇ ਬਹਿਰਾਮ ਪਾਸ ਆਣ ਦਰਸ਼ਨ ਦਿੱਤੇ ਅਤੇ ਲੱਗਾ ਗੁਰਦਾਸਪੁਰ ਵੱਲ ਹੱਥ ਮਾਰਨ। ਉਹ ਮੁਗਲ ਤਾਕਤ ਨੂੰ ਜੋੜਨਾ ਅਤੇ ਬਹਾਦਰ ਸ਼ਾਹ ਨੂੰ ਦੱਸਣਾ ਚਾਹੁੰਦਾ ਸੀ ਕਿ ਲੋਹਗੜ੍ਹ ਖਾਲੀ ਕਰਨ ਨਾਲ ਗੱਲ ਮੁੱਕੀ ਨਹੀਂ। ਖਾਲਸਾ ਐਡੀ ਛੇਤੀ ਮੁਗਲਾਂ ਦੇ ਗਲੋਂ ਲੈਣ ਵਾਲਾ ਨਹੀਂ। ਇੱਥੇ ਮੁਗਲਾਂ ਦਾ ਜ਼ੁਲਮੀ ਰਾਜ ਰਹੇਗਾ ਜਾਂ ਖਾਲਸਾ, ਦੋਹਾਂ ਵਿੱਚੋਂ ਸਿਰਫ ਇੱਕੋ ਧਿਰ, ਦੋਵੇਂ ਨਹੀਂ। ਬੰਦਾ ਸਿੰਘ ਫਿਰ ਮੈਦਾਨ ਵਿੱਚ ਪ੍ਰਗਟ ਹੋਇਆ। ਜਦ ਦਾ ਬੰਦਾ ਸਿੰਘ ਲੋਹਗੜ੍ਹ ਛੱਡ ਕੇ ਗਿਆ, ਅਮੀਰਾਂ ਅਤੇ ਫੌਜ ਦੀ ਰੂਹ ਟਹਿਕ ਉੱਠੀ। ਅਮੀਰਾਂ ਨੂੰ ਹੁਣ ਮੌਜ ਮਸਤੀ ਕਰਨ ਦਾ ਚੰਗਾ ਸਮਾਂ ਲੱਭਾ। ਬਾਦਸ਼ਾਹ ਦਾ ਗੁੱਸਾ ਵੀ ਠੰਡਾ ਹੋ ਚੁੱਕਾ ਸੀ। ਬੰਦਾ ਸਿੰਘ ਦੀ ਕੋਈ ਦੱਸ ਧੁੱਖ ਤਾਂ ਪੈਂਦੀ ਨਹੀਂ ਸੀ। ਲਾਹੌਰ ਵੱਲ ਤੁਰਨ ਤੋਂ ਪਹਿਲਾਂ ਪਹਾੜ ਦੀ ਕੰਢੀ ਦੇ ਸ਼ਿਕਾਰ ਦਾ ਆਨੰਦ ਮਾਣਨ ਲੱਗੇ। ਇਹ ਸਮਝਦੇ ਸਨ ਕਿ ਬਲਾ ਗਲੋਂ ਲੱਥ ਗਈ ਹੈ, ਹੁਣ ਮੌਜਾਂ ਮਾਣੋ। ਪਰ ਬੰਦਾ ਸਿੰਘ ਐਸੀ ਬਲਾ ਨਹੀਂ ਸੀ ਜੋ ਮੁਗਲ ਸ਼ਾਹੀ ਦੀਆਂ ਜੜ੍ਹਾਂ ਹਿਲਾਏ ਬਿਨਾਂ ਹੀ ਬਾਦਸ਼ਾਹ ਦਾ ਪਿੱਛਾ ਛੱਡ ਜਾਂਦਾ। ਪਹਾੜੀ ਰਾਜਿਆਂ ਨੂੰ ਕਲਗੀਧਰ ਨਾਲ ਅਕਾਰਨ ਵੈਰ ਕਮਾਉਣ ਲਈ ਕਰਨੀ ਦਾ ਫਲ ਭੁਗਤਾ ਕੇ ਪਹਾੜਾਂ ਵਿੱਚ ਦੀ ਹੁੰਦਾ ਹੋਇਆ ਪਠਾਨਕੋਟ ਲਾਗੋਂ ਰਾਏਪੁਰ ਅਤੇ ਬਹਿਰਾਮਪੁਰ ਗਿਰਦੇ ਆਣ ਸਿਰ ਕੱਢਿਆ। ਬਾਦਸ਼ਾਹ ਅਜੇ ਸਢੌਰਾ ਦੇ ਲਾਗੇ ਬੰਨੇ ਹੀ ਪਿਆ ਸੀ ਕਿ ਬੰਦਾ ਸਿੰਘ ਨੇ ਇੱਧਰ ਆਣ ਪੰਜਾ ਮਾਰਿਆ, ਤਕੜੀ ਕਾਮਯਾਬੀ ਪ੍ਰਾਪਤ ਕੀਤੀ। ਉਸ ਵੇਲੇ ਇਹ ਇਲਾਕਾ ਜੰਮੂ ਦੀ
ਅਮਲਦਾਰੀ ਵਿੱਚ ਸੀ। ਵਜੀਦ ਖਾਨ ਕਸੂਰੀਆ ਇੱਥੋਂ ਦਾ ਫੌਜਦਾਰ ਸੀ। ਜਿਸ ਵੇਲੇ ਸ਼ਾਹੀ ਸੈਨਾ ਨੇ ਸਢੌਰੇ ਡੇਰੇ ਲਾਏ ਤਾਂ ਇਹ ਸਿੱਧਾ ਹੀ ਇਸ ਇਲਾਕੇ ਵੱਲ ਆ ਗਿਆ। ਇਸ ਦਾ ਭਤੀਜਾ ਸ਼ਮਸ਼ ਖਾਂ ਸਰਹੰਦ ਮਾਰਨ ਦੇ ਕਸੂਰ ਵਿੱਚ ਬਾਦਸ਼ਾਹ ਵੱਲੋਂ ਜਲੰਧਰ ਬਜਵਾੜੇ ਦੀ ਫੌਜਦਾਰੀ ਤੋਂ ਬਰਖਾਸਤ ਕੀਤਾ ਗਿਆ ਸੀ। ਸ਼ਮਸ਼ ਖਾਂ ਤੋਂ ਕਿਵੇਂ ਫੌਜਦਾਰੀ ਖੁੱਸੀ? ਸ਼ਮਸ਼ ਖਾਂ ਅਮੀਨਗੜ੍ਹ ਦੇ ਲੜਾਈ ਸਮੇਂ ਜਲੰਧਰ ਅਤੇ ਬਜਵਾੜੇ ਦਾ ਫੌਜਦਾਰ ਸੀ। ਇਹ ਕਸੂਰ ਨਿਵਾਸੀ ਖੇਸ਼ਗਈ ਗੋਤ ਦਾ ਪਠਾਨ ਅਤੇ ਵਜੀਦ ਖਾਂ ਦਾ ਭਤੀਜਾ ਸੀ। ਚੜ੍ਹਦੀ ਜਵਾਨੀ ਅਤੇ ਹੱਦੋਂ ਵੱਧ ਆਕੜ ਖਾਂ। ਅਮੀਨਗੜ੍ਹ ਦੀ ਲੜਾਈ ਨੇ ਸਾਰੀ ਖੇਡ ਦਾ ਪਾਸਾ ਹੀ ਪਲਟ ਦਿੱਤਾ। ਸ਼ਾਹੀ ਫੌਜਾਂ ਦਾ ਹੱਥ ਉੱਤੇ ਹੋ ਗਿਆ ਸੀ। ਹੁਣ ਸ਼ਾਹੀ ਹਾਕਮ ਬੰਨਾਂ ਵਿੱਚ ਨਹੀਂ ਸਨ ਮਿਆਉਂਦੇ। ਵਜੀਦ ਖਾਂ ਕਸੂਰੀਆ, ਜੋ ਸਿੰਘਾਂ ਦੇ ਡਰੋਂ ਪਾਣੀਪਤੋਂ ਅੱਗੇ ਨਹੀਂ ਲੰਘਦਾ, ਹੁਣ ਤੀਸ ਮਾਰ ਖਾਂ ਬਣਿਆ ਪਿਆ ਸੀ। ਉਸ ਦਾ ਭਤੀਜਾ ਇਹ ਸ਼ਮਸ਼ ਖਾਂ, ਜੋ ਸਿੰਘਾਂ ਦੀ ਮਾਰ ਤੋਂ ਡਰਦਾ ਸੁਲਤਾਨਪੁਰੋਂ ਪੈਰ ਬਾਹਰ ਨਹੀਂ ਸੀ ਕੱਢਦਾ, ਹੁਣ ਉਸ ਨੂੰ ਵੀ ਖੰਭ ਨਿਕਲ ਆਏ ਸਨ। ਲੱਗਾ ਹੁਣ ਉਡਾਰੀਆਂ ਭਰਨ। ਆਪਣੀ ਫੌਜ ਅਤੇ ਦੁਆਬੇ ਦਾ ਬਹੁਤ ਸਾਰਾ ਮੁਲਖਈਆਂ ਇਕੱਠਾ ਕਰਕੇ ਰਸਤੇ ਤੇ ਪਿੰਡਾਂ ਨੂੰ ਲਤਾੜਦਾ ਹੋਇਆ ਸਰਹੰਦ ਵੱਲ ਚੜ੍ਹ ਆਇਆ। ਇਸ ਦਾ ਇਰਾਦਾ ਸੀ ਕਿ ਸ਼ਾਹੀ ਸੈਨਾ ਦੇ ਆਉਣ ਤੋਂ ਪਹਿਲਾਂ ਸਰਹੰਦ ਫਤਿਹ ਕਰਨ ਦੀ ਭੱਲ ਖੱਟ ਲਵਾਂ। ਇਸ ਨੂੰ ਪਤਾ ਲੱਗ ਚੁੱਕਾ ਸੀ ਕਿ ਬਾਜ ਸਿੰਘ ਇਸ ਵੇਲੇ ਸਰਹੰਦ ਵਿੱਚ ਨਹੀਂ ਹੈ। ਬਾਜ ਸਿੰਘ ਭਾਵੇਂ ਸਰਹੰਦ ਨਹੀਂ ਸੀ, ਪਰ ਉਸ ਦਾ ਭਰਾ ਸੁੱਖਾ ਸ਼ਾਮ ਸਿੰਘ ਉਸ ਨਾਲੋਂ ਘੱਟ ਨਹੀਂ ਸੀ। ਘਾਟ ਸਿਰਫ ਇਹ ਸੀ ਕਿ ਇਸ ਵੇਲੇ ਸਰਹੰਦ ਵਿੱਚ ਗਿਣਤੀ ਦੇ ਹੀ ਸਿੰਘ ਸਨ। ਫਿਰ ਵੀ ਸੁੱਖਾ ਸਿੰਘ ਨੇ ਸ਼ਹਿਰੋਂ ਬਾਹਰ ਨਿਕਲ ਕੇ ਟਾਕਰਾ ਕੀਤਾ। ਲੜਾਈ ਬਾਂਗਾ ਵਿੱਚ ਹੋਈ। ਅਹਿਮਦ ਸਰਹੰਦੀ ਦੇ ਰੋਜ਼ੇ ਦੇ ਉੱਤਰ ਪੂਰਬ ਵਿੱਚ ਦੋਹਾਂ ਧਿਰਾਂ ਖੂਬ ਜੌਹਰ ਦਿਖਾਏ। ਸੁੱਖਾ ਸਿੰਘ ਮਾਰਿਆ ਗਿਆ। ਸਿੰਘ ਬਹੁਤ ਥੋੜ੍ਹੇ ਸਨ। ਬਾਂਗਾ ਵਿੱਚੋਂ ਹਟ ਕੇ ਕਿਲ੍ਹੇ ਵਿੱਚ ਜਾ ਵੜੇ। ਕਿਸੇ ਪਾਸਿਓਂ ਸਹਾਇਤਾ ਦੀ ਆਸ ਨਹੀਂ ਸੀ, ਸੋ ਕਿਲ੍ਹੇ ਵਿਚਲੀਆਂ ਰਹਿ ਕਿਲ੍ਹਿਆਂ ਨੂੰ ਸ਼ਾਮ ਤੀਕ ਚਲਾ ਕੇ ਰਾਤ ਨੂੰ ਕਿਲ੍ਹਾ ਖਾਲੀ ਕਰ ਗਏ। ਦਿਨ ਚੜ੍ਹੇ। ਸ਼ਹਿਰ ਤਾਂ ਭਾਵੇਂ ਸ਼ਮਸ਼ ਖਾਂ ਨੇ ਮੱਲ ਲਿਆ, ਪਰ ਇਸ ਬਹਾਦਰੀ ਦੀ ਸਜ਼ਾ ਵੀ ਉਸ ਨੂੰ ਚੰਗੀ ਮਿਲੀ। ਸ਼ਾਹੀ ਸੈਨਾ ਜੋ ਬੰਦਾ ਸਿੰਘ ਵੱਲ ਚੜ੍ਹੀ ਆ ਰਹੀ ਸੀ, ਉਸ ਦੀ ਹਰਾਵਲ ਦੀ ਅਫਸਰੀ ਮੁਹੰਮਦ ਅਮੀਨ ਖਾਂ ਚੀਨ ਬਹਾਦਰ ਨੂੰ ਮਿਲੀ ਹੋਈ ਸੀ ਅਤੇ ਉਹ ਇਹ ਨਹੀਂ ਸੀ ਚਾਹੁੰਦਾ ਕਿ ਸਰਹਿੰਦ ਦੀ ਜਿੱਤ ਦਾ ਸਿਹਰਾ ਉਸ ਤੋਂ ਬਿਨਾਂ ਹੋਰ ਕਿਸੇ ਸਿਰ ਵੱਜੇ। ਸਰਹੰਦ ਮਾਰਨ ਦਾ ਨਾਮਣਾ ਖੱਟਣਾ ਕੋਈ ਮਾਮੂਲੀ ਗੱਲ ਨਹੀਂ ਸੀ। ਸੋ ਜਦ ਅਮੀਨ ਖਾਂ ਨੂੰ ਪਤਾ ਲੱਗਾ ਕਿ ਉਸ ਦੀ ਦੱਸ ਪੁੱਛ ਤੋਂ ਬਿਨਾਂ ਹੀ ਸ਼ਮਸ਼ ਖਾਂ ਨੇ ਸਰਹੰਦ ਸਰ ਕਰਨ ਦੀ ਮਾਲੀ ਆਪਣੇ ਸਿਰ ਬੰਨ੍ਹ ਲਈ ਹੈ, ਤਾਂ ਉਹ ਗੁੱਸੇ ਨਾਲ ਭਖ ਉੱਠਿਆ। ਬਾਦਸ਼ਾਹ ਵੱਲ ਲਿਖ ਭੇਜਿਆ ਕਿ ਸ਼ਮਸ਼ ਖਾਂ ਇੰਨਾ ਹੰਕਾਰਿਆ ਗਿਆ ਹੈ ਕਿ ਸ਼ਾਹੀ ਹੁਕਮ ਦੀ ਪਰਵਾਹ ਨਹੀਂ ਕਰਦਾ। ਉਸ ਪਾਸ ਬਹੁਤ ਸਾਰੀ ਫੌਜ ਹੈ, ਜਿਸ ਦੀ ਸਹਾਇਤਾ ਨਾਲ ਇਕੱਲੇ ਨੇ ਹੀ ਸਰਹੰਦ ਜਿੱਤ ਲਈ ਹੈ। ਇਹ ਪਤਾ ਨਹੀਂ ਹੋਰ ਕੀ ਗੁਲ ਖਿਲਾਏ। ਐਸੇ ਮਗਰੂਰ ਅਤੇ ਤਾਕਤਵਰ ਬਣੀ ਜਾ ਰਹੇ ਬੰਦੇ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ। ਇਹ ਕੁਝ ਵੀ ਕਰ ਸਕਦਾ। ਇਸ ਅਰਜ਼ੀ ਦਾ ਬਾਦਸ਼ਾਹ ਉੱਤੇ ਇਹ ਅਸਰ ਹੋਇਆ ਕਿ ਸ਼ਮਸ਼ ਖਾਂ ਜਲੰਧਰ ਦੇ ਬਜਵਾੜੇ ਦੀ ਤੋਂ ਹਟਾਇਆ ਗਿਆ। ਇਹ ਇੰਨੀ ਦਿਨੀਂ ਹੱਥਲ ਹੋਇਆ ਫਿਰਦਾ ਸੀ। ਬੇਕਾਰੀ ਦੀ ਹਾਲਤ ਵਿੱਚ ਹੋਣ ਕਰਕੇ ਆਪਣੇ ਚਾਚੇ ਪਾਸ ਹੀ ਆ ਗਿਆ। ਜਿਸ ਵੇਲੇ ਬੰਦਾ ਸਿੰਘ ਪਠਾਨਕੋਟ ਆਇਆ, ਵਜੀਦ ਖਾਂ ਰਾਏਪੁਰੀ ਵਿੱਚ ਰਹਿੰਦਾ ਸੀ। ਬਹਿਰਾਮਪੁਰ ਅਤੇ ਰਾਏਪੁਰ ਦੀ ਜੰਗ। ਇੱਕ ਦਿਨ ਵਜੀਦ ਖਾਂ, ਸ਼ਮਸ਼ ਖਾਂ ਅਤੇ ਸ਼ਮਸ਼ ਖਾਂ ਦਾ ਭਣਵੱਈਆ ਸ਼ਹਿਜਾਦ ਖਾਂ ਫੌਜ ਲੈ ਕੇ ਰਾਏਪੁਰੋਂ 16 ਕੋਹ ਉੱਤਰ ਵੱਲ ਝੁਕਦੇ ਹੋਏ ਪੱਛਮ ਵਾਲੇ ਪਾਸੇ ਕਿਸੇ ਸਰਕਾਰੀ ਕੰਮ ਗਏ ਹੋਏ ਸਨ। ਵਜੀਦ ਖਾਂ ਨੂੰ ਇੱਥੇ ਖ਼ਬਰਾਂ ਮਿਲੀਆਂ ਕਿ ਰਾਏਪੁਰ ਬਹਿਰਾਮਪੁਰ ਪਾਸ ਬੰਦਾ ਸਿੰਘ ਨੇ ਸਿਰ ਆ ਕੱਢਿਆ ਹੈ। ਇਹ ਗੱਲ ਸੁਣਦਿਆਂ ਹੀ ਵਜੀਦ ਖਾਂ ਨੇ ਸ਼ਮਸ਼ ਖਾਂ ਦੇ ਭਣਵੱਈਏ ਸ਼ਹਿਜ਼ਾਦ ਖਾਂ ਨੂੰ 1,500 ਸਵਾਰ ਦੇ ਕੇ ਰਾਏਪੁਰ ਵੱਲ ਤੁਰੰਤ ਰਵਾਨਾ ਕਰ ਦਿੱਤਾ ਕਿ ਉੱਥੋਂ ਦੀ ਰਾਖੀ ਕਰੇ ਅਤੇ ਜੇਕਰ ਬੰਦਾ ਸਿੰਘ ਆਣ ਪਵੇ ਤਾਂ ਤਕੜਾ ਹੋ ਕੇ ਉਸ ਦਾ ਟਾਕਰਾ ਕਰੇ। ਇਹ ਤਾਂ ਬੜੀ ਕਾਹਲੀ ਨਾਲ ਰਾਏਪੁਰ ਪੁੱਜਾ ਅਤੇ ਜਾਂਦਿਆਂ ਆਪਣੀ ਪੂਰੀ ਤਿਆਰੀ ਕਰ ਲਈ, ਪਰ ਵਜੀਦ ਖਾਂ ਅਤੇ ਸ਼ਮਸ਼ ਖਾਂ ਬਾਕੀ ਦੇ 900 ਸਵਾਰਾਂ ਨੂੰ ਲੈ ਕੇ ਹੌਲੀ-ਹੌਲੀ ਆਪਣੀ ਮਨਮਰਜ਼ੀ ਦੀ ਚਾਲੇ ਆਏ। ਉਹਨਾਂ ਨੂੰ ਇਹ ਸੀ ਕਿ ਬੰਦੇ ਸਿੰਘ ਦੀ ਸ਼ਕਤੀ ਟੁੱਟ ਚੁੱਕੀ ਹੈ। ਜੋ ਥੋੜ੍ਹੇ ਬਹੁਤ ਆਦਮੀ ਉਸ ਨਾਲ ਹੋਣਗੇ, ਉਹਨਾਂ ਲਈ ਸ਼ਹਿਜ਼ਾਦ ਖਾਂ ਹੀ ਕਾਫੀ ਹੈ। ਜਦ ਇਸ ਤਰ੍ਹਾਂ ਆਹਿਸਤਾ-ਆਹਿਸਤਾ ਚੱਲਦੇ ਹੋਏ ਅੱਧ ਰਾਹ ਅੱਪੜੇ ਤਾਂ ਉਹਨਾਂ ਦਾ ਸ਼ਿਕਾਰ ਖੇਡਣ ਨੂੰ ਮਨ ਕਰ ਆਇਆ।
शिकार काफ़ी होण करके उत्थे ही डेरे ला लए। इस मन परचावे विच अजे रुझे ही सन कि खबर आई कि ਸਿੰਘ ਤਾਂ बहुत नेड़े आण ढुके ਹਨ। संभव है ਤਾਂ डेरा ही लुट लैण। ਇਹ ਸੁਣਦਿਆਂ ਹੀ शिकार ਦਾ शौक हवा हो गया। छेती नाल डेरे वल आ गए ਅਤੇ सब सवार तैयार कर लए। ਕੁਤਬਦੀਨ ਖਾਂ ਖੇਸ ਗਈ, यानी कि ਵਜੀਦ ਖਾਂ ਅਤੇ ਸਿੰਘਾਂ ਨਾਲ ਹੋ ਚੁੱਕੀਆਂ ਟੱਕਰਾਂ ਵਿੱਚ ਸਿੰਘਾਂ ਦੇ ਹੱਥ ਵੇਖੇ ਸਨ। ਲੜਾਈ ਵਿੱਚ ਇਹਨਾਂ ਦਾ ਕਿੰਨਾ ਕੁ ਦਮ ਹੈ ਤੇ ਕੀ ਕੁਝ ਕਰ ਗੁਜ਼ਰਨ ਦੇ ਸਮਰੱਥ ਹਨ, ਉਹਨਾਂ ਨੂੰ ਇਸ ਬਾਰੇ ਪੂਰਾ ਤਜਰਬਾ ਸੀ। ਇਹੋ ਸਬੱਬ ਹੈ ਕਿ ਉਹ ਪਾਣੀਪਤ ਬੈਠਾ ਰਿਹਾ ਸੀ। ਪਰ ਸ਼ਮਸ਼ ਖਾਂ ਚੜ੍ਹਦੀ ਜਵਾਨੀ ਦੇ ਜ਼ੋਰ ਅਤੇ ਜੋਸ਼ ਕਾਰਨ ਜਰਾ ਧੁੰਦ ਮਿਜਾਜ ਸੀ, ਕਿਸੇ ਨੂੰ ਪੱਲੇ ਨਹੀਂ ਸੀ ਬਣਦਾ। ਸਰਹੰਦ ਮਾਰ ਕੇ ਉਹ ਸਮਝ ਬੈਠਾ ਸੀ ਕਿ ਸਿੰਘਾਂ ਨੂੰ ਲੜਾਈ ਵਿੱਚ ਭਜਾ ਦੇਣਾ ਕੋਈ ਔਖੀ ਗੱਲ ਨਹੀਂ, ਸਿਰਫ ਉਹਦੇ ਜਰਾ ਸਾਹਮਣੇ ਹੋਣ ਦੀ ਹੀ ਦੇਰ ਹੈ। ਸਿੰਘਾਂ ਵੇਹਲਿਆਂ ਹੀ ਹਰਨ ਹੋ ਜਾਣਾ ਹੈ। ਚਾਚੇ ਨੂੰ ਦਲੇਰੀਆ ਦੇਵੇ ਕਿ ਵੇਂਦੇ ਚੱਲੋ ਅੱਜ ਅੱਲਾ ਮੀਆਂ ਕੀ ਰੰਗ ਵਿਖਾਉਂਦਾ ਹੈ। ਕੁਤਬਦੀਨ ਖਾਨ ਨੇ ਬੜਾ ਜ਼ੋਰ ਲਾਇਆ ਕਿ ਰਾਏਪੁਰ ਚੱਲ ਕੇ ਸਾਰੀ ਫੌਜ ਇਕੱਠੀ ਕਰੀਏ ਅਤੇ ਤੋਪਖਾਨਾ ਨਾਲ ਲੈ ਕੇ ਬੰਦੇ ਉੱਤੇ ਪਈਏ, ਤਿੰਨਾਂ ਪਾਸਿਆਂ ਤੋਂ ਘੇਰਾ ਘੱਤੀਏ ਤੇ ਅੱਜ ਕਿਸੇ ਨੂੰ ਜਾਣ ਨਾ ਦਈਏ। ਪਰ ਸ਼ਮਸ਼ ਖਾਂ ਕਹੇ ਕਿ ਰੱਬ ਨੇ ਮਸਾਂ ਢੁਕਾਇਆ ਹੈ, ਹੱਲਾ ਕਰਨ ਦਾ ਇਹੋ ਵੇਲਾ ਹੈ। ਰਾਏਪੁਰ ਅੱਪੜਦਿਆਂ ਤੀਕ ਪਤਾ ਨਹੀਂ ਇਹ ਕਿੱਧਰ ਦੀ ਕਿੱਧਰ ਨਿਕਲ ਜਾਣ। ਇਹਨਾਂ ਦੀ ਅਜਲ ਘੇਰ ਲਿਆਈ ਹੈ। ਇਹਨਾਂ ਨੂੰ ਦੋਜ਼ਖ ਵੱਲ ਤੋਰ ਕੇ ਪਿਛਲੀ ਕਸਰ ਕੱਢੀਏ ਅਤੇ ਇੰਜ ਇਸਲਾਮ ਦੀ ਸੇਵਾ ਨਾਲ ਸਵਾਬ ਵੀ ਖੱਟੀਏ। ਕੁਤਬਦੀਨ ਖਾਂ ਦੀ ਪੇਸ਼ ਨਾ ਗਈ। ਉਹ ਬਥੇਰਾ ਰੋਕ ਰਿਹਾ, ਪਰ ਸ਼ਮਸ਼ ਖਾਂ ਨਾ ਹੀ ਮੰਨਿਆ ਅਤੇ 900 ਸਵਾਰ ਲੈ ਕੇ ਸਿੰਘਾਂ ਵੱਲ ਵਧਿਆ। ਜਦੋਂ ਉਹਨਾਂ ਦੇ ਪਾਸ ਪੁੱਜਾ ਤਾਂ ਅਜੇ ਗੋਲੀ ਵੀ ਨਹੀਂ ਸੀ ਦਾਗੀ ਕਿ ਸਿੰਘਾਂ ਵੇਂਦਿਆਂ ਸਾਰ ਹਰਨ ਹੋ ਗਏ। ਲੜਾਈ ਵੇਲੇ ਇੰਜ ਅੱਗੇ ਲੱਗ ਕੇ ਭੱਜ ਜਾਣਾ ਅਸਲ ਵਿੱਚ ਸਿੰਘਾਂ ਦਾ ਇੱਕ ਹੱਥਕੰਡਾ ਭਾਵ ਰਣਨੀਤੀ ਸੀ, ਜੋ ਆਪ ਨਾਲੋਂ ਬਹੁਤੀ ਗਿਣਤੀ ਵੇਲੇ ਉਹ ਵਰਤਦੇ ਅਤੇ ਜਦ ਇਹ ਦਾ ਫੱਬ ਜਾਂਦਾ ਤਾਂ ਮਗਰ ਪੈਣ ਵਾਲਾ ਸਿੱਧਾ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ। ਕਦੀ ਕੋਈ ਪਰਤ ਕੇ ਦੱਸਣ ਨਾ ਆਇਆ ਕਿ ਉਹਨਾਂ ਨਾਲ ਕੀ ਬੀਤੀ। ਉਂਝ ਸਭ ਲਿਖਾਰੀ ਸਿੰਘਾਂ ਦੇ ਇਸ ਤਰ੍ਹਾਂ ਭੱਜ ਜਾਣ ਨੂੰ ਉਹਨਾਂ ਦੀ ਭਾਂਜ ਹੀ ਲਿਖਦੇ ਰਹੇ ਹਨ, ਪਰ ਅਸਲ ਵਿੱਚ ਸਾਰਿਆਂ ਨੇ ਭੁੱਲ ਕੀਤੀ ਹੈ। ਸਿੰਘਾਂ ਦੇ ਲੜਨ ਢੰਗ ਦੇ ਅਸਲ ਭਾਵ ਨੂੰ ਕੁਝ ਕੁ ਤਹਿਮਾਸ ਖਾਂ ਮਸਕੀਨ ਨੇ ਅਤੇ ਚੰਗੀ ਤਰ੍ਹਾਂ ਕਾਜ਼ੀ ਨੂਰ ਮੁਹੰਮਦ ਨੇ ਹੀ ਸਮਝਿਆ ਹੈ, ਜੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਸ ਦੀ ਉਸ ਮੁਹਿੰਮ ਵਿੱਚ ਸ਼ਾਮਿਲ ਹੋਇਆ ਸੀ ਜੋ ਉਸ ਨੇ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣ ਲਈ 1765 ਈਸਵੀ ਵਿੱਚ ਆਰੰਭੀ ਸੀ, ਅਤੇ ਸਿੰਘਾਂ ਨਾਲ ਬਿਸਤ ਦੁਆਬ ਵਿੱਚ ਉਸ ਦੀਆਂ 7 ਲੜਾਈਆਂ ਹੋਈਆਂ ਸਨ ਅਤੇ ਉਹ ਇਹ ਸਭ ਯੁੱਧ ਅੱਖੀਂ ਵੇਖ ਕੇ ਗਿਆ ਸੀ। ਉਹ ਆਪਣੀ ਕਿਤਾਬ ਜੰਗਨਾਮੇ ਵਿੱਚ ਇਹਨਾਂ ਯੁੱਧਾਂ ਦਾ ਵੇਰਵਾ ਦਿੰਦਾ ਹੋਇਆ ਸਿੰਘਾਂ ਦੇ ਲੜਨ ਢੰਗ ਬਾਰੇ ਲਿਖਦਾ ਹੈ ਅਤੇ ਅਫਗਾਨ ਅਤੇ ਬਲੋਚ ਸੂਰਮਿਆਂ ਨੂੰ ਸਮਝਾਉਣੀ ਦਿੰਦਾ ਹੈ। ਸਿੰਘ ਲੜਦੇ ਲੜਦੇ ਏਕਾਏਕ ਹੀ ਭੱਜ ਨਿਕਲਦੇ ਹਨ, ਪਰ ਇਸ ਨੂੰ ਉਹਨਾਂ ਦੀ ਭਾਂਜ ਨਹੀਂ ਸਮਝਣਾ ਚਾਹੀਦਾ, ਕਿਉਂਕਿ ਜਦ ਕਦੀ ਕਿਸੇ ਨੇ ਇਹਨਾਂ ਦਾ ਪਿੱਛਾ ਕੀਤਾ ਹੈ ਤਾਂ 2-4 ਕੋਹ ਦੀ ਵਿੱਥ 'ਤੇ ਜਾ ਕੇ ਉਹਨਾਂ ਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ। ਉਹ ਵਾਪਸ ਜਿਉਂਦਾ ਨਹੀਂ ਪਰਤਿਆ। ਜਦ ਸਿੰਘ ਵੇਖਦੇ ਹਨ ਕਿ ਬਾਕੀ ਫੌਜ ਨਾਲੋਂ ਉਹਨਾਂ ਦੇ ਪਿੱਛੇ ਲੱਗਾ ਦਸਤਾ ਅੱਡ ਹੋ ਗਿਆ ਹੈ ਅਤੇ ਕਾਫੀ ਦੂਰ ਨਿਕਲ ਆਇਆ ਹੈ, ਤਾਂ ਉਹ ਉਸੇ ਫੁਰਤੀ ਨਾਲ ਸਾਰੇ ਪਲਟ ਕੇ ਇਕੱਠੇ ਹੋ ਜਾਂਦੇ ਹਨ ਜਿਸ ਫੁਰਤੀ ਨਾਲ ਨੱਠ ਕੇ ਖਿੰਡੇ ਸਨ। ਇਹ ਸਿੰਘਾਂ ਨੂੰ ਮਾਰਨ ਆਏ ਅਤੇ ਉਹਨਾਂ ਦੇ ਨਰਗੇ ਵਿੱਚ ਆ ਜਾਂਦੇ ਹਨ। ਤੀਰ, ਗੋਲੀਆਂ, ਨੇਜ਼ਾਂ, ਤੇਗਾਂ ਨਾਲ ਕੀਮਾ ਬਣ ਕੇ ਧਰ ਦਿੰਦੇ ਹਨ। ਇਸ ਹਾਲਤ ਵਿੱਚ ਪਿੱਛਾ ਕਰਨ ਵਾਲੇ ਦਸਤੇ ਦਾ ਕਦੀ ਕੋਈ ਆਦਮੀ ਬਚਿਆ ਹੈ? ਆਪਣੀ ਇਸ ਗੱਲ ਦੀ ਪ੍ਰੋੜਤਾ ਲਈ ਕਾਜ਼ੀ ਨੂਰ ਮੁਹੰਮਦ ਨੇ ਇਸ ਅੱਖੀਂ ਡਿੱਠੀ ਲੜਾਈ ਦਾ ਹਵਾਲਾ ਚੰਗੀ ਤਰ੍ਹਾਂ ਵਰਣਨ ਕੀਤਾ ਹੈ, ਜਿਸ ਵਿੱਚ ਸਿੰਘ ਪਹਿਲਾਂ ਤਾਂ ਭੱਜ ਨਿਕਲੇ ਪਰ ਮਗਰੋਂ ਪਿੱਛਾ ਕਰਨ ਵਾਲੇ ਦਸਤੇ ਨੂੰ ਫਾਹ ਲਿਆ। ਕਾਜ਼ੀ ਆਪਣੇ ਅਫਗਾਨ ਬਲੋਚ ਪਾਠਕਾਂ ਨੂੰ ਤੰਬੀਹ ਕਰਦਾ ਹੈ ਕਿ ਇੰਜ ਭਾਂਜ ਜ਼ਾਹਿਰ ਕਰਕੇ ਨੱਸੇ ਸਿੰਘਾਂ ਮਗਰ ਭੁੱਲ ਕੇ ਵੀ ਨਹੀਂ ਪੈਣਾ। ਮੈਂ ਦੁਬਾਰਾ ਪੱਕੀ ਕਰਦਾ ਹਾਂ ਕਿ ਉਹਨਾਂ ਦੀ ਇਸ ਫਾਹੀ ਤੋਂ ਬਚਿਓ। ਅਹਿਮਦ ਸ਼ਾਹ ਅਬਦਾਲੀ ਨੇ ਸਿੰਘਾਂ ਨਾਲ ਲੜਦਿਆਂ ਕਾਫੀ ਕੁਝ ਸਿੱਖ ਲਿਆ ਸੀ। ਇਹੋ ਕਾਰਨ ਸੀ ਕਿ ਉਹ
ਸਿੰਘਾਂ ਨਾਲ ਹਰ ਜੰਗ ਵਿੱਚ ਆਪਣੇ ਅਫਸਰਾਂ ਨੂੰ ਪੱਕਾ ਹੁਕਮ ਦਿੰਦਾ ਸੀ ਕਿ ਸਿੰਘਾਂ ਦੀ ਭਾਂਜ ਵਿੱਚ ਉਹਨਾਂ ਦੇ ਪਿੱਛੇ ਨਹੀਂ ਪੈਣਾ, ਬਲਕਿ ਆਪਣੇ ਪੈਰਾਂ 'ਤੇ ਹੀ ਕਾਇਮ ਖੜੇ ਰਹਿਣਾ ਹੈ। ਉਹ ਇਸੇ ਵਿੱਚ ਆਪਣਾ ਬਚਾਅ ਸਮਝਦਾ ਸੀ। ਬਸ ਐਸੀ ਹੀ ਭਾਂਜ ਸੀ ਜੋ ਸਿੰਘਾਂ ਨੇ ਸ਼ਮਸ਼ ਖਾਂ ਹੱਥੋਂ ਖਾਧੀ। ਉਹ ਏਕਾਏਕ ਉਸ ਦੇ ਅੱਗੇ ਲੱਗ ਕੇ ਭੱਜ ਉੱਠੇ। ਸ਼ਮਸ਼ ਖਾਂ ਨੇ ਇਸ ਦਾ ਅਸਲੀ ਭਾਵ ਨਾ ਸਮਝਿਆ। ਉਸ ਨੂੰ ਜੋਸ਼ ਅਤੇ ਜਨੂੰਨ ਚੜ੍ਹਿਆ ਹੋਇਆ ਸੀ, ਮੌਕਾ ਨਾ ਸੰਭਾਲ ਸਕਿਆ ਅਤੇ ਬਰਾਬਰ ਪਿੱਛੇ ਲੱਗ ਗਿਆ। ਵਜੀਦ ਖਾਂ ਨੇ ਬਥੇਰਾ ਆਖਿਆ ਕਿ ਅੱਲਾ ਦੀ ਮਿਹਰਬਾਨੀ ਹੋਈ ਹੈ ਤੇ ਆਪਾਂ ਨੂੰ ਜਿੱਤ ਦੀ ਭੱਲ ਦਿੱਤੀ ਹੈ। ਇਸ ਨੂੰ ਆਪਣੀ ਖੁਸ਼ਨਸੀਬੀ ਸਮਝ ਕੇ ਆਪਣੀ ਫੌਜ ਇਕੱਠੀ ਕਰੀਏ ਅਤੇ ਫੇਰ ਮਗਰ ਜਾਈਏ। ਪਰ ਸ਼ਮਸ਼ ਖਾਂ ਨੇ ਜਵਾਨੀ ਅਤੇ ਹੰਕਾਰ ਦੇ ਕਾਰਨ ਇੱਕ ਨਾ ਸੁਣੀ ਅਤੇ ਵਾਂਗ ਨਾ ਹੀ ਮੋੜੀ। ਸਿੰਘ ਆਪਣੇ ਦਾ ਅਤੇ ਐਸੀ ਚਾਲੇ ਜਾਂਦੇ ਸਨ ਕਿ ਜੋ ਨਾ ਤਾਂ ਮੱਧਮ ਸੀ ਕਿ ਸ਼ਮਸ਼ ਖਾਂ ਸਿਰ ਉੱਤੇ ਹੀ ਆਣ ਪੈਂਦਾ ਅਤੇ ਨਾ ਹੀ ਐਸੀ ਤੇਜ਼ ਸੀ ਕਿ ਉਹ ਮਾਯੂਸ ਹੋ ਕੇ ਪਿੱਛਾ ਕਰਨਾ ਛੱਡ ਕੇ ਵਾਪਸ ਮੁੜ ਜਾਂਦਾ। ਦੋਹਾਂ ਪਾਸਿਆਂ ਦਾ ਬਚਾਓ ਕਰਦੇ ਹੋਏ ਉਸ ਨੂੰ ਮਗਰ ਲਾਈ ਵਧੇ ਜਾ ਰਹੇ ਸਨ ਅਤੇ ਹਰ ਦਮ ਆਪਣੇ ਦਾ ਭਰਨ ਦੀ ਤਾੜ ਵਿੱਚ ਸਨ। ਸ਼ਮਸ਼ ਖਾਂ ਅੰਨ੍ਹੇਵਾਹ ਕੀ ਸਿੱਖ ਦਮੋਂ ਕੱਢ ਲਏ ਹਨ, ਸਹਿਲੇ ਹੀ ਮਾਰ ਲੈਣੇ ਹਨ, ਦਿੱਤੀ ਟੱਕ ਮਗਰ ਲੱਗਾ ਆ ਰਿਹਾ ਸੀ। ਜਦ ਸਿੰਘਾਂ ਵੇਖਿਆ ਕਿ ਸ਼ਮਸ਼ ਖਾਂ ਅਤੇ ਕੁਤਬ ਖਾਨ ਨਾਲ ਹੁਣ ਥੋੜ੍ਹੇ ਹੀ ਸਿਪਾਹੀ ਰਹਿ ਗਏ ਹਨ ਤਾਂ ਏਕਾਏਕ ਹੀ ਖੜੋ ਗਏ ਅਤੇ ਮੁੜਦੇ ਸਾਰ ਹੀ ਫੌਜਦਾਰ ਉੱਤੇ ਟੁੱਟ ਪਏ। ਸਭ ਤੋਂ ਪਹਿਲਾਂ ਤਲਵਾਰਾਂ ਨਾ ਟੱਕਰੇ ਅਤੇ ਕਾਫੀ ਦੇਰ ਤੱਕ ਲੋਹੇ ਤੇ ਲੋਹਾ ਖੜਕਦਾ ਰਿਹਾ। ਬੜੀ ਗਹਿ ਗੱਚ ਲੜਾਈ ਹੋਈ। ਦੋਹਾਂ ਧਿਰਾਂ ਵੱਲੋਂ ਘੱਟ ਤਾਂ ਕੋਈ ਹੀ ਨਹੀਂ ਸੀ ਜੋ ਬੁਜ਼ਦਿਲੀ ਵਿਖਾ ਕੇ ਮੈਦਾਨ ਦੂਜੇ ਲਈ ਖਾਲੀ ਛੱਡ ਦਿੰਦਾ। ਉਂਝ ਭਾਵੇਂ ਹੌਲੀ ਹੌਲੀ ਸਾਰਾ 900 ਸਵਾਰ ਹੀ ਲੜਾਈ ਵਾਲੀ ਥਾਂ ਆਣ ਇਕੱਠਾ ਹੋਇਆ। ਪਰ ਜੋ ਜ਼ੋਰ ਇੱਕ ਵਾਰਗਈ ਇੰਨੀ ਫੌਜ ਦਾ ਪੈਣਾ ਸੀ, ਉਹ ਭਲਾ ਕਿਵੇਂ ਪੈ ਸਕਦਾ ਸੀ। ਬਹੁਤ ਸਖਤ ਲੜਾਈ ਹੋਈ। ਹੱਥ ਤਲਵਾਰਾਂ ਵਾਹੁੰਦਿਆਂ ਦੇ ਥੱਕ ਗਏ। ਤਲਵਾਰਾਂ ਭੁੰਜੇ ਡਿੱਗ ਪਈਆਂ ਅਤੇ ਹੱਥੋਂ ਪਾਈ ਹੋਣ ਲੱਗੇ। ਸ਼ਮਸ਼ ਖਾਂ ਅਤੇ ਕੁਤਬ ਖਾਨ ਦੋਵੇਂ ਅੱਡ ਅੱਡ ਹਾਥੀਆਂ 'ਤੇ ਸਵਾਰ ਸਨ ਅਤੇ ਸਿੰਘਾਂ ਨੂੰ ਆਪਣੇ ਸਾਹਮਣੇ ਵੇਖ ਕੇ ਕਸ ਕਸ ਤੀਰ ਮਾਰ ਰਹੇ ਸਨ। ਸਿੰਘਾਂ ਦਾ ਵੀ ਹੱਡੇ ਸ਼ਿਕਾਰੀ ਵਾਂਗ ਧਿਆਨ ਇਹਨਾਂ ਦੋਹਾਂ ਵੱਲ ਹੀ ਸੀ, ਇਸ ਲਈ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਇਹਨਾਂ ਵੱਲ ਹੀ ਵਧਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਕੁਝ ਮਨਚਲੇ ਸਿੰਘ ਇਹਨਾਂ ਹਾਥੀਆਂ ਦੇ ਬਿਲਕੁਲ ਪਾਸ ਪਹੁੰਚ ਗਏ। ਇਹਨਾਂ ਦੇ ਸਾਥੀਆਂ ਨੇ ਬੜਾ ਤਾਣ ਲਾਇਆ ਕਿ ਇਹਨਾਂ ਨੂੰ ਹਾਥੀਆਂ ਲਾਗੋਂ ਪਰਾਂ ਧੱਕ ਦੇਈਏ, ਪਰ ਕਾਬੂ ਆਏ ਸ਼ਿਕਾਰ ਨੂੰ ਸਿੰਘ ਕਿਵੇਂ ਛੱਡਣ। ਬੜੀ ਭਾਰੀ ਗੁੱਥਮ ਗੁੱਥਾ ਅਤੇ ਲਹੂ ਬੀਟਵੀਂ ਲੜਾਈ ਹੋਈ ਅਤੇ ਸਿੰਘ ਬਿਲਕੁਲ ਹਾਥੀਆਂ ਪਾਸ ਆਣ ਪੁੱਜੇ। ਸ਼ਮਸ਼ ਖਾਂ ਤਾਂ ਮਾਰਿਆ ਗਿਆ ਅਤੇ ਕੁਤਬਦੀਨ ਖਾਂ ਬੁਰੀ ਤਰ੍ਹਾਂ ਜ਼ਖਮੀ ਹੋਇਆ ਅਤੇ ਬੇਹੋਸ਼ ਹੋ ਕੇ ਡਿੱਗ ਗਿਆ। ਪਠਾਨ ਜਿੱਤ ਤੋਂ ਤਾਂ ਨਿਰਾਸ਼ ਹੋ ਗਏ ਸਨ। ਹੁਣ ਉਹਨਾਂ ਨੂੰ ਇਹ ਵੀ ਆਸ ਨਹੀਂ ਸੀ ਕਿ ਇੱਥੋਂ ਜਿਉਂਦੇ ਮੁੜਾਂਗੇ ਵੀ ਕਿ ਨਹੀਂ। ਲੜਾਈ ਦਾ ਰੰਗ ਕੁਝ ਇਹੋ ਜਿਹਾ ਬੱਝਾ ਕਿ ਪਠਾਨ ਸਰਦਾਰਾਂ ਦੇ ਹਾਥੀਆਂ ਨਾਲ ਬਹੁਤ ਥੋੜ੍ਹੇ ਆਦਮੀ ਰਹਿ ਗਏ ਸਨ। ਲੜਾਈ ਦੀ ਖੇਡ ਇਹੋ ਜਿਹੀ ਬਣ ਗਈ। ਹਾਥੀਆਂ ਨੂੰ ਕਦੀ ਸਿੰਘ ਜ਼ੋਰ ਦੇ ਕੇ ਹੱਕ ਕੇ ਲੈ ਜਾਂਦੇ ਅਤੇ ਕਦੀ ਪਠਾਨ ਹੱਲਾ ਕਰਕੇ ਖੋਹ ਲੈਂਦੇ। ਸਰਦਾਰਾਂ ਦੀਆਂ ਲੋਥਾਂ ਵੈਰੀ ਦੇ ਘੋੜਿਆਂ ਦੇ ਪੌੜਾਂ ਹੇਠ ਰੁਲਣ ਲਈ ਛੱਡ ਜਾਣਾ ਬੜੀ ਨਮੋਸ਼ੀ ਦੀ ਗੱਲ ਸੀ। ਉਹ ਕੀ ਮੂੰਹ ਲੈ ਕੇ ਵਾਪਸ ਮੁੜਨਗੇ। ਇਹ ਹਾਰੇ ਹੋਏ ਪਠਾਨ ਮੈਦਾਨ 'ਚੋਂ ਭੱਜ ਕੇ ਨਹੀਂ ਜਾ ਸਕਦੇ ਸਨ। ਸਰਦਾਰ ਤਾਂ ਮਾਰੇ ਗਏ ਸਨ ਅਤੇ ਇਹਨਾਂ ਨੂੰ ਸੁੱਝਦਾ ਨਹੀਂ ਸੀ ਕਿ ਇਹਨਾਂ ਦਾ ਛੁਟਕਾਰਾ ਕਿਸ ਵਿਧ ਹੋਵੇਗਾ, ਮੋਇਆਂ ਦਾ ਜਾਂ ਜਿਉਂਦਿਆਂ ਦਾ। ਪਠਾਨਾਂ ਆਪਣੀ ਜ਼ਿੰਦਗੀ ਦੀ ਝਾਕ ਲਾ ਦਿੱਤੀ ਸੀ। ਕੁਤਬ ਖਾਂ ਨੇ ਸ਼ਹਿਦਾਦ ਖਾਂ ਨੂੰ 1500 ਸਵਾਰ ਦੇ ਕੇ ਪਹਿਲਾਂ ਹੀ ਰਾਏਪੁਰ ਪਹੁੰਚ ਕੇ ਉਸਦੀ ਹਿਫਾਜ਼ਤ ਦਾ ਬੰਦੋਬਸਤ ਕਰਨ ਲਈ ਤੋਰਿਆ ਸੀ। ਉਹ ਇੱਥੇ ਪਹੁੰਚ ਕੇ ਸਾਰੀ ਤਿਆਰੀ ਕਰਕੇ ਸੋਚਣ ਲੱਗਾ ਕਿ ਇੰਨੇ ਚਿਰ ਵਿੱਚ ਤਾਂ ਕੁਤਬ ਖਾਂ ਵੀ ਆਉਣ ਵਾਲਾ ਹੋਵੇਗਾ, ਸੋ ਆਪਣੇ ਸਵਾਰ ਲੈ ਕੇ ਉਸਦੀ ਅਗਵਾਈ ਲਈ ਸ਼ਹਿਰੋਂ ਬਾਹਰ ਨਿਕਲਿਆ। ਕੁਝ ਫਾਸਲੇ 'ਤੇ ਜਾ ਕੇ ਪਤਾ ਲੱਗਾ ਕਿ ਉਹਨਾਂ ਦਾ ਸਿੰਘਾਂ ਨਾਲ ਟਾਕਰਾ ਹੋ ਗਿਆ ਹੈ। ਇਹ ਸੁਣਦਿਆਂ ਸ਼ਹਿਦਾਦ ਖਾਂ ਸਾਰੀ ਫੌਜ ਲੈ ਕੇ ਉੱਧਰ ਵੱਲ ਨੱਠ ਤੁਰਿਆ। ਜਿਸ ਵੇਲੇ ਉੱਥੇ ਉਪੜਿਆ ਤਾਂ ਦੋਵੇਂ ਸਰਦਾਰ ਧਰਤੀ 'ਤੇ ਡਿੱਗ ਚੁੱਕੇ ਸਨ ਅਤੇ ਪਠਾਨ ਆਪਣੇ ਸਰਦਾਰਾਂ ਦੀਆਂ ਲਾਸ਼ਾਂ ਖਾਤਰ ਲਹੂ ਡੋਲ ਰਹੇ ਸਨ। ਜੇ ਸ਼ਹਿਦਾਦ ਖਾਂ ਸਮੇਂ ਸਿਰ ਨਾ ਪਹੁੰਚ ਗਿਆ ਹੁੰਦਾ ਤਾਂ ਸਾਰੇ ਬਚੇ ਪਠਾਨ ਥਾਂ 'ਤੇ ਹੀ ਰਹਿ ਜਾਂਦੇ। ਸਿੰਘਾਂ ਨੇ ਸ਼ਹਿਦਾਦ ਖਾਂ ਦੀ ਫੌਜ ਵੇਖਦੇ ਹੀ ਵਾਂਗਾਂ ਮੋੜੀਆਂ ਅਤੇ ਉਸ ਵੇਲੇ ਇੱਕ ਪਾਸੇ ਨੂੰ ਭੱਜ ਉੱਠੇ ਅਤੇ ਚਾਲ ਉਹ ਹੀ ਰੱਖੀ ਤਾਂ ਕਿ ਸ਼ਹਿਦਾਦ ਖਾਂ ਵੀ ਜੋਸ਼ ਵਿੱਚ ਉਹਨਾਂ ਦੇ ਮਗਰ ਲੱਗ ਪਏ ਅਤੇ ਥੋੜ੍ਹਾ ਦੂਰ ਲੈ ਜਾ ਕੇ
ਇਸ ਨੂੰ ਵੀ ਸਰਦਾਰਾਂ ਪਾਸ ਪਹੁੰਚਾ ਦਿੱਤਾ ਜਾਵੇ। ਪਰ ਮਾਲੂਮ ਹੁੰਦਾ ਹੈ ਕਿ ਪਠਾਣਾਂ ਨੂੰ ਹੁਣ ਮੱਤ ਆ ਚੁੱਕੀ ਸੀ ਕਿ ਇੰਜ ਭਾਂਪ ਖਾ ਭੱਜੇ ਸਿੰਘਾਂ ਦੇ ਮਗਰ ਪੈਣਾ ਕਿੰਨਾ ਕੁ ਮਹਿੰਗਾ ਪੈਂਦਾ ਹੈ। ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ। ਸੋ ਸ਼ਹਿਜ਼ਾਦ ਖਾਂ ਨੇ ਪਿੱਛਾ ਤਾਂ ਕੀ ਕਰਨਾ ਸੀ। ਉਸ ਨੇ ਸਿੰਘਾਂ ਤੋਂ ਜਾਨ ਬਚਾ ਕੇ ਰਾਏਪੁਰ ਪਹੁੰਚ ਜਾਣ ਵਿੱਚ ਆਪਣੀ ਜਿੱਤ ਸਮਝੀ। ਔਖਾ ਸੌਖਾ ਦੋਹਾਂ ਸਰਦਾਰਾਂ ਦੀਆਂ ਲਾਸ਼ਾਂ ਨੂੰ ਮੈਦਾਨ 'ਚੋਂ ਚੁੱਕ ਲਿਆਇਆ। ਸ਼ਮਸ ਖਾਂ ਤਾਂ ਥਾਂ 'ਤੇ ਹੀ ਮਰ ਗਿਆ। ਕੁਤਬ ਖਾਂ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਰਾਏਪੁਰ ਲਿਆਂਦਾ ਗਿਆ। ਉਹ ਵੀ ਬਹੁਤੀ ਦੇਰ ਜਿਉ ਨਾ ਸਕਿਆ। ਲੜਾਈ ਤੋਂ ਤੀਜੇ ਦਿਨ ਰਾਏਪੁਰ ਹੀ ਮਰ ਗਿਆ। ਇਹਨਾਂ ਦੋਹਾਂ ਦੀਆਂ ਲਾਸ਼ਾਂ ਇਹਨਾਂ ਦੇ ਜੱਦੀ ਸ਼ਹਿਰ ਕਸੂਰ ਭੇਜੀਆਂ ਗਈਆਂ। ਉੱਥੇ ਹੀ ਇਹ ਦੱਬੇ ਗਏ। ਕੁਤਬ ਖਾਂ ਦਾ ਸਾਰਾ ਡੇਰਾ ਅਤੇ ਅਸਬਾਬ ਆਦਿ ਸਿੰਘਾਂ ਦੇ ਹੱਥ ਲੱਗਾ। ਰਾਏਪੁਰ ਅਤੇ ਬਹਿਰਾਮਪੁਰ ਸਿੰਘਾਂ ਲੁੱਟ-ਪੁੱਟ ਕੇ ਬਰਬਾਦ ਕਰ ਦਿੱਤੇ। ਹੁਣ ਬੰਦਾ ਸਿੰਘ ਨੇ ਬਟਾਲੇ ਅਤੇ ਕਲਾਨੌਰ ਵੱਲ ਵਾਂਗਾਂ ਮੋੜੀਆਂ। ਜਦ ਆਲੇ-ਦੁਆਲੇ ਦਿਆਂ ਪਿੰਡਾਂ ਕਸਬਿਆਂ ਨੇ ਇਹ ਖ਼ਬਰ ਸੁਣੀ ਕਿ ਸਿੰਘਾਂ ਫੌਜਦਾਰ ਮਾਰ ਦਿੱਤਾ ਹੈ ਤਾਂ ਬੰਦਾ ਸਿੰਘ ਹੁਣ ਸਿੰਘਾਂ ਨਾਲ ਇਸ ਪਾਸੇ ਨੂੰ ਆ ਰਿਹਾ ਹੈ, ਤਾਂ ਬਹੁਤ ਸਾਰੀ ਵਸੋਂ ਘਰ-ਬਾਰ ਛੱਡ ਕੇ ਜਿੰਨਾ ਕੁ ਸਮਾਨ ਚੁੱਕ ਸਕੇ ਲੈ ਕੇ ਕੁਝ ਲਾਹੌਰ ਵੱਲ ਨੂੰ, ਕੁਝ ਦੂਰ-ਦਰਾਡੇ ਰਿਸ਼ਤੇਦਾਰਾਂ ਪਾਸ ਜਾ ਟਿਕੇ। ਬਟਾਲੇ ਦੀ ਜੰਗ। ਜਦ ਬੰਦਾ ਸਿੰਘ ਬਟਾਲੇ ਵੱਲ ਵਧਿਆ ਤਾਂ ਇੱਥੋਂ ਦਿਆਂ ਲੋਕਾਂ ਦੀਆਂ ਦੋ ਰਾਵਾਂ ਸਨ। ਇੱਕ ਧਿਰ ਦਾ ਆਗੂ ਮੁਹੰਮਦ ਫਜ਼ਲ-ਦੀਨ ਕਾਦਰੀ, ਜੋ ਥੋੜ੍ਹੀ ਦੇਰ ਤੋਂ ਬਟਾਲੇ ਆ ਟਿਕਿਆ ਸੀ, ਅਤੇ ਇੱਕ ਮਦਰਸਾ ਅਤੇ ਖਾਨਗਾਹ ਕਾਇਮ ਕੀਤੀ ਸੀ। ਦੀ ਰਾਏ ਸੀ ਕਿ ਆਪਣੇ ਟੱਬਰ, ਢੀਰ ਅਤੇ ਕੀਮਤੀ ਸਮਾਨ ਲੈ ਕੇ ਬਟਾਲਾ ਛੱਡ ਜਾਣਾ ਚਾਹੁੰਦਾ ਹੈ। ਇਸ ਸਲਾਹ 'ਤੇ ਸਭ ਤੋਂ ਪਹਿਲਾਂ ਉਸਨੇ ਆਪਣੇ ਆਪ ਹੀ ਅਮਲ ਕੀਤਾ ਅਤੇ ਆਪਣੇ ਟੱਬਰ ਦੇ ਜੀਆਂ, ਰਿਸ਼ਤੇਦਾਰਾਂ ਅਤੇ ਮੁਰੀਦ ਦਰਵੇਸ਼ਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਬਿਸਤ ਦੁਆਬ ਵਿਖੇ ਜਾ ਪਨਾਹ ਲਈ। ਦੂਜੇ ਧੜੇ ਦਾ ਮੋਹਰੀ ਸ਼ੇਖ ਅਹਿਮਦ, ਜੋ ਸ਼ੇਖ ਉਦ ਹਿੰਦ ਦੀ ਉਪਾਧੀ ਨਾਲ ਪ੍ਰਸਿੱਧ ਸੀ, ਨੇ ਆਪਣੇ ਪੈਰੋਕਾਰਾਂ ਨੂੰ ਉਕਸਾਇਆ ਕਿ ਸਿੰਘਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸੋ ਨਤੀਜੇ ਵਜੋਂ ਹੋਣ ਵਾਲੇ ਮੁਹਾਸਰੇ ਲਈ ਚੰਗੀ ਤਿਆਰੀ ਕਰਵਾ ਲਈ। ਰਾਏਪੁਰ ਬਹਿਰਾਮਪੁਰ ਵੱਲੋਂ ਹਟ ਕੇ ਬੰਦਾ ਸਿੰਘ ਬਟਾਲੇ ਤੋਂ ਚੜ੍ਹਦੇ ਵਿੱਚ 2 ਕੋਹ ਦੇ ਫਾਸਲੇ 'ਤੇ ਅਚਲ ਦੇ ਤਣਾਅ ਦੇ ਕੰਢੇ ਆਣ ਉਤਰਿਆ। ਅਗਲੇ ਦਿਨ ਉਸ ਨੇ ਸ਼ਹਿਰ ਬਟਾਲੇ ਵੱਲ ਕੂਚ ਕੀਤਾ। ਆਮ ਵੱਸੋ ਨੇ ਤਾਂ ਘਰੀ ਵੜ ਕੇ ਪਨਾਹ ਲੈ ਲਈ ਅਤੇ ਸ਼ਹਿਰ ਦੇ ਦਰਵਾਜ਼ੇ ਬੰਦ ਹੀ ਕਰ ਲਏ। ਵੱਸੋ ਦੇ ਜਵਾਨ ਅਤੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਹਾਥੀ ਗੇਟੋਂ ਬਾਹਰ ਸ਼ੇਖ ਉਦ ਹਿੰਦ ਬੰਦਾ ਸਿੰਘ ਦਾ ਟਾਕਰਾ ਕਰਨ ਲਈ ਨਿਕਲ ਆਇਆ। ਅਚਲ ਵਾਲੇ ਰਾਹ 'ਤੇ ਆਣ ਪੈਂਤੜਾ ਲੈ ਕੇ ਹੱਥੋਂ ਹੱਥੀ ਨਿਬੜਨ ਲਈ ਡਟ ਗਏ। ਪਰ ਸਿੰਘਾਂ ਦੀ ਤੇਗ ਦੀ ਮਾਰ ਅੱਗੇ ਵਿਚਾਰੇ ਸ਼ੇਖ ਉਦ ਹਿੰਦ ਨੇ ਕੀ ਖੜੋ ਸਕਣਾ ਸੀ। ਮਾਮੂਲੀ ਝੜਪ ਵਿੱਚੋਂ ਸ਼ੇਖ ਮਾਰਿਆ ਗਿਆ। ਮੋਹਰਲੀਆਂ ਸ਼ਫਾਂ ਵਾਲੇ ਗਾਜ਼ੀ ਸਾਹਿਬ ਦੇ ਨਾਲ ਹੀ ਅਦਮ ਆਬਾਦ ਵੱਲ ਚਾਲੇ ਪਾ ਲਏ। ਜੋ ਪਿੱਛੇ ਸਨ, ਪਿਛਲੇ ਪੈਰੀਂ ਭੱਜ ਕੇ ਸ਼ਹਿਰ ਵਿੱਚ ਜਾ ਵੜੇ ਅਤੇ ਗੇਟ ਬੰਦ ਕਰ ਲਏ। ਇਹ ਦਰਵਾਜ਼ੇ ਕਿਤੋਂ ਟੁੱਟਣੇ ਰਹਿ ਸਕਦੇ ਸਨ। ਬੰਦਾ ਸਿੰਘ ਦੇ ਹੁਕਮ ਦੀ ਦੇਰ ਸੀ। ਦਰਵਾਜ਼ੇ ਭੰਨ ਤੋੜ ਕੇ ਸ਼ਹਿਰ ਅੰਦਰ ਜਾ ਵੜੇ। ਸਭ ਤੋਂ ਪਹਿਲਾਂ ਕਾਜ਼ੀ ਅਬਦੁਲ ਹੱਕ ਦੇ ਘਰ ਨੂੰ ਅੱਗ ਲਾਈ ਅਤੇ ਫਿਰ ਉਸ ਦਾ ਮੁਹੱਲਾ ਸਾੜਿਆ। ਸੱਯਦ ਮੁਹੰਮਦ ਫਜ਼ਲ-ਦੀਨ ਕਾਦਰੀ ਦਾ ਮਦਰਸਾ, ਜੋ ਖਾਲੀ ਪਿਆ ਹੋਇਆ ਸੀ, ਅਤੇ ਹੋਰ ਬੜੀਆਂ ਆਲੀਸ਼ਾਨ ਸ਼ਾਹੀ ਇਮਾਰਤਾਂ ਵੀ ਸੜ ਕੇ ਬਰਬਾਦ ਹੋ ਗਈਆਂ। ਬਟਾਲੇ ਦੀ ਸਫ਼ਾਈ ਸੁਧਾਈ ਪਿੱਛੋਂ ਬੰਦਾ ਸਿੰਘ ਦਾ ਇਰਾਦਾ ਸੀ ਕਿ ਲੱਗਦੇ ਹੱਥ ਲਾਹੌਰ ਮਾਰ ਲਿਆ ਜਾਵੇ। ਪਰ ਬੜੀ ਵੱਡੀ ਗਿਣਤੀ ਵਿੱਚ ਸ਼ਾਹੀ ਫੌਜਾਂ, ਜੋ ਬਾਦਸ਼ਾਹ ਨੇ ਸਢੌਰੋਂ ਭੇਜੀਆਂ ਸਨ, ਬੰਦਾ ਸਿੰਘ ਦੇ ਪਿੱਛੇ ਲਾਹੌਰ ਦੇ ਲਾਗੇ ਆ ਢੁਕੀਆਂ ਸਨ। ਬਾਦਸ਼ਾਹ ਆਪ ਮਗਰ ਆ ਰਿਹਾ ਸੀ ਅਤੇ 9 ਜੂਨ 1711 ਈਸਵੀ ਨੂੰ ਉਸ ਦਾ ਕੰਪੂ ਹੁਸ਼ਿਆਰਪੁਰ ਵਿਖੇ ਸੀ। ਬੰਦਾ ਸਿੰਘ ਨੇ ਹਾਲ ਦੀ ਘੜੀ ਲਾਹੌਰ ਦਾ ਖਿਆਲ ਛੱਡ ਦਿੱਤਾ ਅਤੇ ਰਾਵੀ ਟੱਪ ਕੇ ਰਚਨਾ ਦੁਆਬ ਵਿੱਚ ਦੀ ਹੁੰਦਾ ਹੋਇਆ ਜੰਮੂ ਵੱਲ ਨੂੰ ਹੋ ਤੁਰਿਆ। ਜਾਂਦਾ ਹੋਇਆ ਔਰੰਗਾਬਾਦ ਅਤੇ ਪਸਰੂਰ ਨੂੰ ਸੁੱਕ ਮਾਂਜ ਕਰ ਗਿਆ। ਜਦ ਬੰਦਾ ਸਿੰਘ ਨੇ ਪਹਾੜਾਂ ਤੋਂ ਉਤਰ ਕੇ ਰਾਏਪੁਰ ਅਤੇ ਬਹਿਰਾਮਪੁਰ ਨੂੰ ਸੋਧਿਆ ਤਾਂ ਇਸ ਦੀ ਖ਼ਬਰ ਕੁਝ ਦਿਨਾਂ ਵਿੱਚ ਹੀ ਬਾਦਸ਼ਾਹ ਨੂੰ ਮਿਲ ਗਈ, ਜੋ ਅਜੇ ਤੀਕ ਸਢੌਰੇ ਗਿਰਦੇ ਸ਼ਿਕਾਰ ਦਾ ਸ਼ੌਂਕ ਪੂਰਾ ਕਰਦਾ ਹੋਇਆ ਮੌਜ ਮੇਲਾ ਮਨਾ ਰਿਹਾ ਸੀ। ਉਸ ਵੇਲੇ ਹੁਕਮ ਦਿੱਤਾ ਗਿਆ ਕਿ ਮੁਹੰਮਦ ਅਮੀਨ ਖਾਂ, ਬਹਾਦਰ ਅਤੇ ਰੁਸਤਮ ਦਿਲ ਖਾਂ ਆਦਿ ਸਰਦਾਰ ਬੰਦੇ ਦਾ ਪਿੱਛਾ ਕਰਨ ਅਤੇ ਜਿਸ ਤਰ੍ਹਾਂ ਵੀ ਹੋ ਸਕੇ ਉਸ ਨੂੰ ਜਿਉਂਦਾ ਜਾਂ ਮੋਇਆ ਫੜ ਕੇ ਬਾਦਸ਼ਾਹ ਦੇ ਹਜ਼ੂਰ ਲੈ ਆਉਣ।
ਹੁਕਮ ਪਾ ਕੇ ਇਹ ਸਰਦਾਰ ਬੜੀ ਤੇਜ਼ੀ ਨਾਲ ਮੰਜ਼ਲਾਂ ਤੈਅ ਕਰਦੇ ਹੋਏ ਰਾਏਪੁਰ ਪੁੱਜੇ ਅਤੇ ਸੂਈਏ ਮੁਖਬਰ ਛੱਡ ਕੇ ਲੱਗੇ ਬੰਦੇ ਦੀ ਸੂਹ ਲੈਣ। ਸਰਦਾਰਾਂ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਬਹੁਤੀ ਦੂਰ ਨਹੀਂ, ਲਾਗੇ ਛਾਗੇ ਹੀ ਰਹਿੰਦਾ ਹੈ ਅਤੇ ਆਸ-ਪਾਸ ਦੇ ਇਲਾਕਿਆਂ ਦੀ ਲੁੱਟ-ਮਾਰ ਕਰਦਾ ਫਿਰਦਾ ਹੈ। ਇਹ ਸੁਣ ਕੇ ਇਹ ਸਰਦਾਰ ਉਸਦੇ ਮਗਰ ਲੱਗੇ ਅਤੇ ਕੋਸ਼ਿਸ਼ ਇਹ ਕੀਤੀ ਕਿ ਬੰਦਾ ਸਿੰਘ ਨੂੰ ਅੱਗੇ-ਅੱਗੇ ਤੋਰੀ ਚੱਲੀਏ ਅਤੇ ਬਿਨਾਂ ਲੜਾਈ ਤੋਂ ਹੀ ਉਸਨੂੰ ਦੇਸੋਂ ਕੱਢ ਦਈਏ। ਕੋ ਦੋ ਕੋਹ ਦੀ ਵਿੱਥ ਪਈ ਅਤੇ ਇਹ ਸ਼ਾਹੀ ਸਰਦਾਰ ਬੰਦਾ ਸਿੰਘ ਦੇ ਪਿੱਛੇ ਤੁਰੇ ਤਾਂ ਜਾਂਦੇ ਸਨ, ਪਰ ਇੰਨੀ ਹਿੰਮਤ ਨਹੀਂ ਸੀ ਪੈਂਦੀ ਕਿ ਉਸ ਨਾਲ ਲੜੀਏ ਜਾਂ ਜਿਉਂਦੇ ਨੂੰ ਫੜ ਲਈਏ। ਸਾਰਿਆਂ ਨੂੰ ਇਸ ਗੱਲ ਦਾ ਨਿਸ਼ਚਾ ਸੀ ਕਿ ਬੰਦਾ ਸਿੰਘ ਬੜਾ ਹੀ ਜਾਦੂਗਰ ਹੈ, ਇਸ ਲਈ ਸਰਦਾਰ ਧਾਹ ਲਾ ਕੇ ਉਸ ਦੀ ਗੱਲ ਪੈਣੋਂ ਤਰਬਕਦੇ ਸਨ। ਉਹਨਾਂ ਦੇ ਮਨਾਂ ਵਿੱਚ ਡਰ ਘਰ ਕਰੀ ਬੈਠਾ ਸੀ ਕਿ ਜੋ ਸਰਦਾਰ ਬੰਦਾ ਸਿੰਘ ਨਾਲ ਲੜਿਆ ਉਹ ਥੋੜ੍ਹੇ ਦਿਨ ਹੀ ਜੀਵਿਆ ਹੈ। ਇਸ ਤਰ੍ਹਾਂ ਅਸੀਂ ਵੀ ਇਸ ਨਾਲ ਮੱਥਾ ਲਾ ਕੇ ਕਿਤੇ ਅਜਾਇਹੀ ਮੌਤ ਦੇ ਮੂੰਹ ਵਿੱਚ ਨਾ ਜਾ ਪਈਏ। ਇਹ ਖਿਆਲ ਸੀ ਕਿ ਜਿਸ ਕਰਕੇ ਸ਼ਾਹੀ ਸੈਨਾ ਵਾਲੇ ਸਰਦਾਰ ਉਸ ਨੂੰ ਹੱਥ ਨਹੀਂ ਸਨ ਪਾਉਂਦੇ। ਉਹ ਬੰਦਾ ਸਿੰਘ ਦੇ ਪਿੱਛੇ ਸਿਰਫ ਸ਼ਾਹੀ ਹੁਕਮ ਦੀ ਪੂਰਤੀ ਲਈ ਜਾ ਰਹੇ ਸਨ, ਭਾਵ ਹੁਕਮ ਦੀ ਤਕਮੀਲ ਵੀ ਹੋ ਜਾਵੇ ਅਤੇ ਜਾਨ ਵੀ ਬਚੀ ਰਹੇ। ਮੁਗਲ ਸਰਕਾਰ ਦੀ ਬੰਦਾ ਸਿੰਘ ਵਿਰੁੱਧ ਮੁਹਿੰਮ। ਮੁਹੰਮਦ ਅਮੀਨ ਖਾਂ ਬਹਾਦਰ ਅਤੇ ਰੁਸਤਮ ਜੰਗ 31 ਮਈ ਨੂੰ ਸੌਖੇ ਹੀ ਫੌਜ ਸਮੇਤ ਰਾਵੀਓਂ ਪਾਰ ਹੋ ਗਏ। ਇੱਥੇ ਇਹਨਾਂ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਨੇ ਔਰੰਗਾਬਾਦ ਅਤੇ ਪਸਰੂਰ ਮਾਰ ਲਿਆ ਹੈ ਅਤੇ ਉਹਨਾਂ ਤੋਂ ਬਹੁਤੀ ਦੂਰ ਨਹੀਂ ਹੈ। ਦੂਜੇ ਪਾਸੇ ਬਾਦਸ਼ਾਹ ਵੀ ਰਵਾ-ਰਵੀ ਲਾਹੌਰ ਵੱਲ ਆ ਰਿਹਾ ਸੀ। ਮੁਹੰਮਦ ਅਮੀਨ ਖਾਂ ਬਹਾਦਰ ਦੀਆਂ 2 ਲਿਖਤਾਂ ਜੋ ਕਰਮਵਾਰ 23 ਮਈ ਅਤੇ 28 ਮਈ ਨੂੰ ਬਾਦਸ਼ਾਹ ਨੂੰ ਪੁੱਜੀਆਂ, ਜਿਨ੍ਹਾਂ ਚੋਂ 28 ਮਈ ਵਾਲੀ ਬੱਸੀ ਦੀ ਮੁਕਾਮ 'ਤੇ ਮਿਲੀ ਅਤੇ ਫਿਰ ਇੱਕ ਲਿਖਤ ਮੁਹੰਮਦ ਅਮੀਨ ਖਾਂ ਅਤੇ ਰੁਸਤਮ ਜੰਗ ਦੀ ਲਿਖਤ ਰਾਹੀਂ ਬਾਦਸ਼ਾਹ ਨੂੰ ਖਬਰ ਦਿੱਤੀ ਗਈ ਕਿ ਬੰਦਾ ਸਿੰਘ ਬਟਾਲਿਓਂ ਹਟ ਕੇ ਰਾਵੀਓਂ ਪਾਰ ਹੋ ਗਿਆ ਹੈ। ਜਾਪਦਾ ਹੈ ਕਿ ਜਰਨੈਲਾਂ ਦੀ ਜ਼ਮੀਰ ਨੇ ਹੀ ਉਹਨਾਂ ਨੂੰ ਕੋਸਿਆ ਹੋਵੇਗਾ ਅਤੇ ਕੁਝ ਬਾਦਸ਼ਾਹ ਵੱਲੋਂ ਵੀ ਡਰ ਕੇ ਤੁਹਾਡੇ ਇੰਨੇ ਨਜ਼ਦੀਕ ਹੋਣ 'ਤੇ ਵੀ ਬੰਦਾ ਸਿੰਘ 2 ਸ਼ਹਿਰ ਮਾਰ ਕੇ ਸਾਫ਼ ਕਰ ਜਾਵੇ। ਤੁਸਾਂ ਕੀ ਕਦਮ ਚੁੱਕਿਆ? ਇਸ ਖਿਆਲ ਨੇ ਉਹਨਾਂ ਨੂੰ ਤਟ-ਫਟ ਕੁਝ ਕਰਨ 'ਤੇ ਮਜਬੂਰ ਕੀਤਾ ਹੋਵੇ ਤਾਂ ਕਿ ਨਮਕ ਹਲਾਲੀ ਅਤੇ ਵਫ਼ਾਦਾਰ ਦੇ ਧੱਬਾ ਨਾ ਲੱਗੇ। ਸੋ ਇੱਕ ਦਿਨ ਰਾਤ ਵਿੱਚ 30 ਕੋਹ ਦਾ ਪੈਂਡਾ ਤੈਅ ਕਰਕੇ ਪਸਰੂਰੋਂ 7 ਕੋਹ ਪਰੇ 1 ਜੂਨ ਵਾਲੇ ਦਿਨ ਸਿੰਘਾਂ ਨਾਲ ਟੱਕਰ ਜਾ ਲਈ। ਜਥੇ ਵਿੱਚ ਸਿੰਘਾਂ ਦੀ ਗਿਣਤੀ ਬੜੀ ਥੋੜ੍ਹੀ ਸੀ। ਦੂਜੇ ਪਾਸੇ ਮੁਹੰਮਦ ਅਮੀਨ ਖਾਂ, ਰੁਸਤਮ ਜੰਗ ਅਤੇ ਈਸਾ ਖਾਂ ਮੰਝ ਅਤੇ ਹੋਰ ਬਾਦਸ਼ਾਹੀ ਸਰਦਾਰ ਅਤੇ ਮੁਲਖਈਆਂ ਜੋ ਕਿ ਨਾਲ ਰਲ ਤੁਰਿਆ ਸੀ, ਸਭ ਦੀ ਰਲ ਕੇ ਗਿਣਤੀ ਬਹੁਤ ਜ਼ਿਆਦਾ ਸੀ। ਸਿੰਘ ਵੀ ਤੇਗਾਂ ਸੂਤ ਕੇ ਬਿਫਰੇ ਸ਼ੇਰ ਵਾਂਗ ਗਲ ਪੈ ਗਏ। ਦੋਹਾਂ ਪਾਸਿਆਂ ਦਾ ਬੜਾ ਭਾਰੀ ਨੁਕਸਾਨ ਹੋਇਆ। ਇਹਨਾਂ ਸਰਦਾਰਾਂ ਨੇ ਪਿਛਲੀ ਢਿੱਲ-ਮੱਠ ਚਾਲ ਜੋ ਇਹਨਾਂ ਬੰਦਾ ਸਿੰਘ ਦੇ ਮਗਰ ਅਖਤਿਆਰ ਕੀਤੀ ਹੋਈ ਸੀ ਦਾ ਦਾਗ ਧੋਣ ਲਈ ਆਪਣੇ ਸੂਰਬੀਰਾਂ ਨੂੰ ਬੜਾ ਉਤਸ਼ਾਹਿਤ ਕੀਤਾ। ਸਿੰਘਾਂ ਦੀ ਘੱਟ ਗਿਣਤੀ ਵੀ ਉਹਨਾਂ ਦੇ ਹੌਸਲੇ ਨੂੰ ਵਧਾ ਰਹੀ ਸੀ ਅਤੇ ਲਲਕਾਰੇ ਵੱਜ ਰਹੇ ਸਨ ਕਿ ਕੋਈ ਬਚ ਕੇ ਨਾ ਜਾਣ ਦਿੱਤਾ ਜਾਵੇ। ਦੂਜੇ ਪਾਸੇ ਵੈਰੀ ਦੀ ਬਹੁਤ ਗਿਣਤੀ ਦਾ ਸਿੰਘਾਂ ਉੱਤੇ ਕੋਈ ਅਸਰ ਨਹੀਂ ਸੀ। ਗਿਣਤੀਆਂ-ਮਿਣਤੀਆਂ ਵਿੱਚ ਤਾਂ ਸਿੰਘ ਪੈਂਦੇ ਹੀ ਨਹੀਂ। ਦੋਵੇਂ ਧਿਰਾਂ ਖੂਬ ਜੀ ਤੋੜ ਕੇ ਲੜੀਆਂ ਅਤੇ ਦਿਲਾਂ ਦੇ ਅਰਮਾਨ ਕੱਢੇ। ਮੁਹੰਮਦ ਅਮੀਨ ਖਾਂ ਵੱਲੋਂ ਬਾਦਸ਼ਾਹ ਦੀ ਸੇਵਾ ਵਿੱਚ ਇਸ ਲੜਾਈ ਸੰਬੰਧੀ ਭੇਜੀ ਗਈ ਤਹਿਰੀਰ ਜੋ 4 ਜੂਨ ਨੂੰ ਮਿਲੀ, ਉਸ ਵਿੱਚ ਉਹ ਮੰਨਦਾ ਹੈ ਕਿ ਬਾਦਸ਼ਾਹੀ ਫੌਜ ਦੇ ਬੰਦੇ ਵੀ ਬਹੁਤ ਫੱਟੜ ਹੋਏ। ਬੰਦਾ ਹਾਲੇ ਬਾਦਸ਼ਾਹੀ ਹਮ ਬਸਿਆਰ ਜ਼ਖਮੀ-ਸ਼ੁਦਾ। ਮੁਹੰਮਦ ਅਮੀਨ ਖਾਂ ਅਤੇ ਈਸਾ ਖਾਂ ਮੰਝ ਦੇ ਹਾਥੀ ਵੀ ਫੱਟੜ ਹੋਏ ਅਤੇ ਉਹ ਆਪ ਬੜੀ ਮੁਸ਼ਕਿਲ ਨਾਲ ਜਾਨ ਬਚਾ ਸਕੇ। ਜਿਸ ਤੁੰਦੀ ਅਤੇ ਜੋਸ਼ ਨਾਲ ਸਿੰਘ ਲੜੇ ਸਨ, ਇਸ ਤੋਂ ਇਹਨਾਂ ਨੂੰ ਨਿਸ਼ਚਾ ਹੋ ਗਿਆ ਸੀ ਕਿ ਬੰਦਾ ਸਿੰਘ ਆਪ ਇਸ ਲੜਾਈ ਵਿੱਚ ਸ਼ਾਮਿਲ ਹੈ, ਨਹੀਂ ਤਾਂ ਸ਼ਾਹੀ ਫੌਜ ਦਾ ਇੰਨਾ ਨੁਕਸਾਨ ਨਹੀਂ ਸੀ ਹੋਣਾ। ਉਸ ਤੋਂ ਬਿਨਾਂ ਫੌਜ ਦਾ ਇਹ ਮੰਦਾ ਹਾਲ ਨਹੀਂ ਸੀ ਹੋਣਾ। ਚੂੰਕਿ ਬੰਦਾ ਸਿੰਘ ਨੂੰ ਕਿਸੇ ਨੇ ਨਹੀਂ ਸੀ ਵੇਖਿਆ, ਇਸ ਲਈ ਉਹਨਾਂ ਸਮਝਿਆ ਕਿ ਬੰਦਾ ਸਿੰਘ ਮਾਰਿਆ ਗਿਆ ਹੈ ਜਾਂ ਘਾਇਲ ਹੋ ਕੇ ਫੱਟੜਾਂ ਵਿੱਚ ਡਿੱਗਾ ਪਿਆ ਹੈ। ਇਸ ਲਈ ਉਹਨਾਂ ਨੇ ਉਹ ਜਾਣਕਾਰ ਬੰਦੇ ਬੁਲਾਏ ਜੋ ਬੰਦਾ ਸਿੰਘ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ ਅਤੇ ਲੋਥਾਂ ਪਛਾਣਨ ਦਾ ਪ੍ਰਬੰਧ ਕੀਤਾ।
ਇੱਕ ਇੱਕ ਕਰਕੇ ਲੋਥਾਂ ਅਤੇ ਫੱਟੜ ਵੇਖੇ ਗਏ। ਸਾਰਿਆਂ ਨੂੰ ਬੜੀ ਨਿਰਾਸ਼ਤਾ ਹੋਈ ਅਤੇ ਅੰਤ ਮੁਹੰਮਦ ਅਮੀਨ ਖਾਨ ਨੇ ਬਾਦਸ਼ਾਹ ਨੂੰ ਲਿਖ ਘੱਲਿਆ ਕਿ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਬੰਦਾ ਸਿੰਘ ਇਕੱਲਾ ਹੀ ਨਿਕਲ ਕੇ ਦੌੜ ਗਿਆ ਹੈ। ਇਸ ਗੱਲ ਦੀ ਹੈਰਾਨੀ ਅਤੇ ਅਫਸੋਸ ਵੀ ਹੈ। ਸੱਚਾਈ ਇਹ ਹੈ ਕਿ ਬੰਦਾ ਸਿੰਘ ਇਸੇ ਜਥੇ ਵਿੱਚ ਹੈ ਹੀ ਨਹੀਂ ਸੀ। ਉਹ ਆਪਣੇ ਸਿੰਘਾਂ ਦੇ ਦੂਜੇ ਜਥੇ ਨਾਲ ਜੰਮੂ ਦੀਆਂ ਉੱਤਰ ਚੜ੍ਹਦੇ ਪਹਾੜੀਆਂ ਵੱਲ ਨੂੰ ਚਲਾ ਗਿਆ ਸੀ। ਇਹ ਜਥਾ ਜਿਸ ਨਾਲ ਉਪਰੋਕਤ ਜੰਗ ਹੋਈ, ਮਾਲੂਮ ਹੁੰਦਾ ਹੈ ਕਿ ਉੱਤਰ ਲਹਿੰਦੇ ਵੱਲ ਪਸਰੂਰ ਨੂੰ ਹੌਲੀ ਹੌਲੀ ਗਿਆ ਸੀ, ਇਸ ਲਈ ਕਿ ਬਾਦਸ਼ਾਹੀ ਫੌਜ ਇਸ ਜਥੇ ਮਗਰ ਲੱਗ ਜਾਣ ਤੇ ਬੰਦਾ ਸਿੰਘ ਮੌਕਾ ਪਾ ਕੇ ਦੂਜੇ ਜਥੇ ਨਾਲ ਉੱਤਰ ਚੜ੍ਹਦੇ ਨੂੰ ਨਿਕਲ ਜਾਏ। ਆਪਣੇ ਆਗੂ ਨੂੰ ਬਚਾਉਣ ਲਈ ਸਿੰਘਾਂ ਦੀ ਇਹ ਆਪਾਵਾਰੂ ਚਾਲ ਸੀ। ਹਰ ਜਿੱਤ ਦਾ ਮੁੱਢ ਕੁਰਬਾਨੀ ਦਾ ਜਜ਼ਬਾ ਹੀ ਹੁੰਦਾ ਹੈ। ਆਪਣੀ ਵਿਉਂਤ ਵਿੱਚ ਸਿੰਘ ਪੂਰੀ ਤਰ੍ਹਾਂ ਸਫਲ ਹੋ ਗਏ, ਭਾਵੇਂ ਜੰਗ ਵਿੱਚ ਉਹਨਾਂ ਨੂੰ ਡਾਢੀ ਹਾਨੀ ਉਠਾਉਣੀ ਪਈ। ਬੰਦਾ ਸਿੰਘ ਨੇ ਪਹਾੜੀ ਵਿੱਚ ਜਾ ਕੇ ਆਪਣਾ ਰੁੱਖ ਚੜ੍ਹਦੇ ਦੱਖਣ ਵੱਲ ਕਰ ਲਿਆ। ਮਗਰ ਲੱਗੀ ਫੌਜ ਨੂੰ ਕੋਈ ਪਤਾ ਨਹੀਂ ਸੀ ਕਿ ਬੰਦਾ ਸਿੰਘ ਕਿਸ ਪਾਸੇ ਅਲੋਪ ਹੋ ਗਿਆ ਹੈ। ਪਰ ਜਦ ਜਮਵਾਲੀਏ ਰਾਜ ਧਰੋਵਦੇਵ ਨੂੰ ਬੰਦਾ ਸਿੰਘ ਦੇ ਚੜ੍ਹਦੇ ਦੱਖਣ ਦੀਆਂ ਪਹਾੜੀਆਂ ਵਿੱਚ ਪੁੱਜਣ ਦੀ ਸੂਹ ਲੱਗੀ ਤਾਂ ਉਸ ਨੇ ਮੁਗਲ ਰਾਜ ਦੀ ਵਫਾਦਾਰੀ ਦਾ ਸਬੂਤ ਦਿੰਦਿਆਂ ਹੋਇਆਂ ਇੱਕ ਪਾਸੇ ਤਾਂ ਸੂਬਾ ਲਾਹੌਰ ਦੇ ਅਖਬਾਰ ਨਵੀਸ ਨੂੰ ਖਬਰ ਪਹੁੰਚਾ ਦਿੱਤੀ ਅਤੇ ਦੂਜੇ ਪਾਸੇ ਰਾਜੌਰੀ ਦੇ ਸੱਯਦ ਅਜ਼ਮਤੁੱਲਾ ਖਾਂ ਆਦਿ ਨੂੰ ਨਾਲ ਲੈ ਕੇ ਬੰਦਾ ਸਿੰਘ ਵਾਲੇ ਜਥੇ ਦਾ ਰਾਹ ਰੋਕ ਦਿੱਤਾ। ਹੁਣ ਤੱਕ ਪਿੱਛੇ ਲੱਗੀ ਫੌਜ ਨੂੰ ਵੀ ਸੂਹ ਮਿਲ ਚੁੱਕੀ ਸੀ ਕਿ ਬੰਦਾ ਸਿੰਘ ਕਿਸ ਪਾਸੇ ਗਿਆ ਹੈ ਅਤੇ ਇਸ ਵੇਲੇ ਕਿੱਥੇ ਹੈ। ਸੋ ਮੁਹੰਮਦ ਅਮੀਨ ਖਾਂ, ਰੁਸਤਮ ਜੰਗ, ਅਗਰ ਖਾਂ, ਈਸਾ ਖਾਂ ਮੰਝ ਆਦਿ ਨੇ ਆਪਣੀਆਂ ਫੌਜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੜੀ ਤੇਜ਼ੀ ਨਾਲ ਅੱਗੇ ਵਧਦੇ ਹੋਏ ਪਹਾੜੀ ਦਰਰੇ ਦੇ ਸਿਰੇ ਉੱਤੇ ਜਾ ਪੁੱਜੇ। ਇਹਨਾਂ ਸ਼ਾਹੀ ਸਰਦਾਰਾਂ ਆਪਣੇ ਖਿਆਲ ਅਨੁਸਾਰ ਬੰਦਾ ਸਿੰਘ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਰਿਹਾ ਹੋਇਆ ਹੈ ਅਤੇ ਇਸ ਘੇਰੇ ਨੂੰ ਇੰਨਾ ਪੱਕਾ ਕਰ ਦਿੱਤਾ ਗਿਆ ਕਿ ਬੰਦਾ ਸਿੰਘ ਇਸ ਤੋਂ ਬਚ ਕੇ ਨਿਕਲ ਨਹੀਂ ਸਕੇਗਾ। ਇਸ ਖੁਸ਼ਫਹਿਮੀ ਦੇ ਜੋਸ਼ ਵਿੱਚ ਉਹਨਾਂ ਬਾਦਸ਼ਾਹ ਨੂੰ ਖਬਰਾਂ ਭੇਜ ਦਿੱਤੀਆਂ ਕਿ ਅੱਜ ਜਾਂ ਕੱਲ੍ਹ ਤੱਕ ਸਿੱਖ ਆਗੂ ਫੜ ਲਿਆ ਜਾਵੇਗਾ ਅਤੇ ਜਲਦੀ ਹਜ਼ੂਰ ਦੀ ਖਿਦਮਤ ਵਿੱਚ ਜਿੰਦਾ ਪੇਸ਼ ਕਰ ਦਿੱਤਾ ਜਾਵੇਗਾ। ਇਹ ਖਬਰਾਂ ਲਾਹੌਰੀ ਅਖਬਾਰ ਨਵੀਸ ਵੱਲੋਂ ਬਾਦਸ਼ਾਹ ਦੇ ਹਜ਼ੂਰ ਹਦਾਇਤੁੱਲਾ ਖਾਂ ਦੇ ਰਾਹੀਂ 7 ਤੇ 8 ਜੂਨ ਨੂੰ ਪੁੱਜੀਆਂ। ਘੇਰਾ ਘੱਤੀ ਬੈਠੇ ਅਤੇ ਆਪਣੀ ਹੋਣ ਵਾਲੀ ਸਫਲਤਾ ਦੀ ਖੁਸ਼ੀ ਦੇ ਨਸ਼ੇ ਵਿੱਚ ਮਸਤ ਜਰਨੈਲਾਂ ਦੀ ਮਾਯੂਸੀ ਦੀ ਕੋਈ ਹੱਦ ਨਾ ਰਹੀ। ਜਦ ਬੰਦਾ ਬੜੀ ਦਲੇਰੀ ਅਤੇ ਆਪਣੀ ਤੀਖਣ ਬੁੱਧੀ ਚੋਂ ਉਪਜਣ ਵਾਲੀ ਚਤੁਰਾਈ ਨਾਲ ਜੋ ਅਤੀ ਗੰਭੀਰ ਸਥਿਤੀਆਂ ਵਿੱਚ ਉਸ ਵੇਲੇ ਸਿਰ ਫੁਰ ਪੈਂਦੀ ਸੀ, ਬਿਨਾਂ ਕਿਸੇ ਨੁਕਸਾਨ ਦੇ ਮੁਗਲ ਫੌਜਾਂ ਦੇ ਘੇਰੇ ਚੋਂ ਬਚ ਕੇ ਨਿਕਲ ਗਿਆ। ਇਹਨਾਂ ਰੱਬੀ ਰਹਿਮਤਾਂ ਸਦਕਾ ਬੰਦਾ ਸਿੰਘ ਨੂੰ ਬਖਸ਼ਿਸ਼ ਹੋਏ ਗੁਣ ਸਨ, ਜਿਨ੍ਹਾਂ ਨੂੰ ਸਿਰ ਤੇ ਬਣੀਆਂ ਭਿਆਨਕ ਭੀੜਾਂ ਸਮੇਂ ਬੜੇ ਸੰਤੁਲਨ, ਦਿਮਾਗ ਅਤੇ ਹੁਸ਼ਿਆਰੀ ਨਾਲ ਵਰਤ ਕੇ ਦੁਸ਼ਮਣ ਨੂੰ ਬੌਂਦਲਾ ਦਿੰਦਾ ਅਤੇ ਅਦਿੱਖ ਹੀ ਨਰਗੇ ਚੋਂ ਨਿਕਲ ਜਾਂਦਾ ਸੀ। ਉੱਚ ਚੋਟੀ ਦੀ ਤੇਜ਼ ਬੁੱਧੀ ਹੋਣ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਦੀ ਨਰੋਈ ਸੂਝ, ਉੱਦਮ, ਚਲਾਕੀ, ਚੁਸਤੀ, ਫੁਰਤੀ ਅਤੇ ਦੁਸ਼ਮਣ ਦੇ ਸਿਰ ਤੇ ਅਚਨਚੇਤ ਉਸ ਵੇਲੇ ਕੜਕ ਪੈਣਾ ਜਦ ਉਸ ਨੂੰ ਚਿੱਤ ਚੇਤਾ ਵੀ ਨਾ ਹੋਵੇ, ਸ਼ੇਰ ਨਾਲੋਂ ਕਿਤੇ ਵੱਧ ਦਲੇਰੀ, ਕਦੀ ਵੀ ਘਬਰਾਹਟ ਨੂੰ ਲਾਗੇ ਨਾ ਫੜਕਣ ਦੇਣਾ, ਹੱਦੋਂ ਪਰੇ ਦੀ ਨਿਰਭੈਤਾ ਅਤੇ ਇਹੋ ਜਿਹੇ ਅਨੇਕਾਂ ਗੁਣ ਸਨ ਜੋ ਉਸ ਦੀ ਕਾਮਯਾਬੀ ਦਾ ਭੇਤ ਸਨ। ਵਹਿਮੀ, ਆਲਸੀ, ਹੱਡ ਹਰਾਮੀ ਅਤੇ ਆਰਾਮ ਪ੍ਰਸਤ ਮੁਗਲ ਅਫਸਰ ਦੇ ਇੱਥੋਂ ਤੱਕ ਕਿ ਬਾਦਸ਼ਾਹੀ ਸਰਦਾਰ ਵੀ ਉਸ ਦਿਆਂ ਗੁਣਾਂ ਨੂੰ ਜਾਦੂਗਰੀ ਨਾਲ ਜੋੜਦੇ ਸਨ। ਬੰਦਾ ਸਿੰਘ ਜਾਦੂਗਰ ਨਹੀਂ ਸੀ, ਸਗੋਂ ਕੁਦਰਤ ਦੀ ਕਾਰਾਗਰੀ ਅਤੇ ਉਸ ਦੀਆਂ ਦੋਹੀਂ ਹੱਥੀਂ ਹੋਈਆਂ ਬਖਸ਼ਿਸ਼ਾਂ ਦਾ ਇੱਕ ਆਲਾ ਨਮੂਨਾ ਸੀ। ਉਹਨਾਂ ਬੇਸਮਝਾਂ ਨੂੰ ਨਹੀਂ ਸੀ ਪਤਾ ਕਿ ਐਸੇ ਆਦਮੀ ਸਦੀਆਂ ਬਾਅਦ ਪੈਦਾ ਹੁੰਦੇ ਹਨ। ਉਹਨਾਂ ਦੇ ਸਿਰੇ ਦੀ ਯੋਗਤਾ ਅਤੇ ਸਮਰੱਥਾ ਨੂੰ ਆਮ ਲੋਕ ਕੀ ਸਿਆਣੇ ਵੀ ਜਾਦੂਗਰੀ ਸਮਝ ਬੈਠਦੇ ਹਨ। ਬੰਦਾ ਸਿੰਘ ਦਾ ਸਾਰਾ ਹੀ ਲੜਨ ਢੰਗ ਨਿਰਾਲਾ ਸੀ। ਉਸ ਦੀ ਕਿਸੇ ਚਾਲ ਦਾ ਦੁਸ਼ਮਣ ਨੂੰ ਪਤਾ ਤੱਕ ਨਹੀਂ ਸੀ ਲੱਗਦਾ। ਉਹ ਹਮੇਸ਼ਾ ਆਪਣੇ ਆਪ ਨੂੰ ਪਾਸਿਆਂ ਤੇ ਰੱਖਦਾ ਸੀ ਅਤੇ ਫੌਜਾਂ ਨੂੰ ਮੌਕਾ ਹੀ ਨਹੀਂ ਸੀ ਦਿੰਦਾ ਕਿ ਵੈਰੀ ਉਸ ਨੂੰ ਵੇਖ ਸਕਣ। ਮੈਦਾਨ ਵਿੱਚ ਬੰਦਾ ਸਿੰਘ ਵਿਰੁੱਧ ਰੁੱਝੀਆਂ ਮੁਗਲ ਫੌਜਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਕਿੱਥੇ ਹੈ। ਜਰਨੈਲ ਫੌਜ ਦਾ ਯਲਗਾਰ ਕਿਸ ਪਾਸੇ ਕਰਾਉਣ। ਮੌਕਾ ਤਾੜ ਕੇ ਵੈਰੀ ਦੇ ਉਸ ਹਿੱਸੇ ਤੇ ਬਿਜਲੀ ਵਾਂਗ ਆਣ ਟੁੱਟਦਾ ਸੀ, ਜਿਸ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੁੰਦਾ ਕਿ ਉਹ
ਕਦੀ ਇਸ ਪਾਸੇ ਵੀ ਆਣ ਪਵੇਗਾ। ਦੁਸ਼ਮਣ ਨੂੰ ਸੁਰਤ ਫੜਨ ਤੋਂ ਪਹਿਲਾਂ ਹੀ ਉਸ ਦੇ ਆਹੂ ਲਾ ਕੇ ਵੇਖਦਿਆਂ ਵੇਖਦਿਆਂ ਹੀ ਅਲੋਪ ਹੋ ਜਾਂਦਾ ਸੀ। ਅੱਜ ਜਰਨੈਲਾਂ ਨੂੰ ਪੂਰਨ ਭਰੋਸਾ ਸੀ ਕਿ ਉਹਨਾਂ ਬੰਦਾ ਸਿੰਘ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ, ਉਹ ਨਿਕਲ ਨਹੀਂ ਸਕੇਗਾ। ਉਹਨਾਂ ਦੇ ਹਿਸਾਬ ਨਾਲ ਇਹ ਗੱਲ 100% ਠੀਕ ਸੀ। ਕਿਉਂ? ਇਸ ਲਈ 3 ਪਾਸੀ ਬਾਦਸ਼ਾਹੀ ਫੌਜ ਸੀ ਅਤੇ ਚੌਥੇ ਪਾਸੇ ਸਿੱਧੀ ਪਹਾੜੀ ਖੜੀ ਸੀ, ਜਿਸ ਉੱਤੇ ਸਵਾਰੀ ਨਾਲ ਚੜ੍ਹਨਾ ਤਾਂ ਕਿਤੇ ਰਿਹਾ, ਪੈਦਲ ਚੜ੍ਹਨਾ ਵੀ ਅਸੰਭਵ ਸੀ। ਕਿਸੇ ਪਾਸੇ ਨਿਕਲ ਜਾਣ ਦਾ ਕੋਈ ਰਾਹ ਨਹੀਂ ਸੀ। ਪਰ ਉਸ ਨੇ ਇਹੋ ਜਿਹੇ ਕਈ ਮੌਕੇ ਵੇਖੇ ਸਨ ਅਤੇ ਭਿਆਨਕ ਮੁਸੀਬਤਾਂ ਸਿਰ 'ਤੇ ਹੰਢਾਈਆਂ ਸਨ। ਆਪਣੀ ਲੁਕਵੀਂ ਥਾਂ ਤੋਂ ਹਰਕਤ ਕੀਤੀ ਅਤੇ ਅੱਖ ਬਚਾ ਕੇ ਚੀਤੇ ਵਾਂਗ ਇੱਕ ਨੁੱਕਰ ਨੂੰ ਹੋ ਗਿਆ। ਜਿਹੜਾ ਪਾਸਾ ਰੁਸਤਮ ਦਿਲ ਖਾਂ ਆਪਣੀ ਫੌਜ ਨਾਲ ਮੱਲੀ ਖੜਾ ਸੀ, ਉਸ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਬੰਦਾ ਸਿੰਘ ਉਸ ਦੇ ਇੰਨਾ ਲਾਗੇ ਪਹੁੰਚ ਗਿਆ ਸੀ। ਉਹ ਝਾੜਾਂ ਵਿੱਚ ਸ਼ਹਿ ਮਾਰੀ ਖੜੇ ਸਨ। ਮੌਕਾ ਤਾੜ ਕੇ ਪਡੋਲ ਕਟੂਹੇ ਦੇ ਲਾਗਿਓਂ ਬਿਲਕੁਲ ਰੁਸਤਮ ਦਿਲ ਖਾਂ ਦੇ ਐਨ ਸਾਹਮਣੇ ਬੜੀ ਫੁਰਤੀ ਨਾਲ ਨਿਕਲ ਕੇ ਅਚਾਨਕ ਹੀ ਉਸ ਦੀਆਂ ਫੌਜਾਂ ਉੱਤੇ ਟੁੱਟ ਪਿਆ। ਗਾਜ਼ੀ ਖਾਂ ਰੁਸਤਮ ਜੰਗ, ਜੋ ਇੱਕ ਹੰਢਿਆ ਅਤੇ ਔਖ ਵੇਲੇ ਵੀ ਅਡੋਲ ਰਹਿਣ ਵਾਲਾ ਸੂਰਮਾ ਸੀ, ਨੇ ਆਪਣਾ ਸਾਰਾ ਤਾਣ ਲਾ ਲਿਆ, ਪਰ ਝਟਪਟ ਸਿਰ 'ਤੇ ਚੜ੍ਹ ਆਏ ਸਿੰਘਾਂ ਦੇ ਰੌਲੇ ਨੂੰ ਰੋਕ ਨਾ ਸਕਿਆ। ਤਲਵਾਰਾਂ ਸੂਤ ਕੇ ਬੰਦਾ ਸਿੰਘ ਅਤੇ ਉਸਦੇ ਸਾਥੀ ਬਾਦਸ਼ਾਹੀ ਫੌਜ ਦੀਆਂ ਸਫਾਂ ਨੂੰ ਚੀਰਦੇ, ਜੋ ਸਾਹਮਣੇ ਆਇਆ ਉਸ ਨੂੰ ਤੇਗ ਦੇ ਘਾਟ ਉਤਾਰਦੇ ਹੋਏ ਰੁਸਤਮ ਜੰਗ ਦੀਆਂ ਅੱਖਾਂ ਸਾਹਮਣੇ ਅਲੋਪ ਹੋ ਗਏ। ਦੁਸ਼ਮਣ ਨੂੰ ਮਗਰ ਪੈਣ ਦੀ ਵੀ ਹੋਸ਼ ਨਾ ਰਹੀ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 113 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।